ਅੱਜ ਅਸੀਂ ਗੱਲ ਕਰ ਰਹੇ ਹਾਂ ਉਸ ਸ਼ਖਸੀਅਤ ਦੀ ਜਿਨ੍ਹਾਂ ਨੇ 12 ਸਾਲ ਦੀ ਉਮਰ ਦੇ ਵਿੱਚ ਉਹਨਾਂ ਦੀ ਵੱਡੀ ਭੈਣ ਪ੍ਰਕਾਸ਼ ਕੌਰ ਨੇ ਮਾਸਟਰ ਇਨਾਇਤ ਹੁਸੈਨ ਅਤੇ ਪੰਡਿਤ ਮਾਨੀ ਪ੍ਰਸਾਦ ਕੋਲੋਂ ਕਲਾਸੀਕਲੀ ਗਾਇਕੀ ਸਿੱਖੀ। ਮੈਂ ਗੱਲ ਕਰ ਰਹੀ ਹਾਂ ਸੁਰਿੰਦਰ ਕੌਰ ਜੀ ਦੀ। ਪੰਜਾਬ ਦੀ ਇੱਕ ਪੰਜਾਬੀ ਗਾਇਕਾ ਗੀਤਕਾਰਾ ਸੀ ਸੁਰਿੰਦਰ ਕੌਰ। ਲਾਹੌਰ ਰੇਡੀਓ 'ਤੇ ਪਹਿਲਾਂ ਗੀਤ ਰਿਕਾਰਡ ਕਰਵਾਉਣ ਤੋਂ ਬਾਅਦ ਉਹ ਆਪਣੇ ਸਮੇਂ ਦੀ ਹੀ ਨਹੀਂ ਸਾਰੇ ਸਮਿਆਂ ਦੀ ਸਾਫ਼ ਸੁਥਰੀ ਗਾਇਕੀ ਲਈ ਚਾਨਣ ਮੁਨਾਰਾ ਗਾਇਕਾ ਬਣੀ। ਇਹਨਾਂ ਨੂੰ ਪੰਜਾਬ ਦੀ ਕੋਇਲ ਵੀ ਕਿਹਾ ਜਾਂਦਾ ਸੀ। ਚੰਨ ਕਿੱਥਾਂ ਗੁਜ਼ਾਰਿਆਈ ਰਾਤ, ਲੱਠੇ ਦੀ ਚਾਦਰ, ਸ਼ੌਂਕਣ ਮੇਲੇ ਦੀ, ਗੋਰੀ ਦੀਆਂ ਝਾਂਜਰਾਂ, ਸੜਕੇ ਸੜਕੇ ਜਾਂਦੀਏ ਮੁਟਿਆਰੇ, ਮਾਵਾਂ ਤੇ ਧੀਆਂ, ਜੁੱਤੀ ਕਸੂਰੀ ਪੈਰ ਨਾ ਪੂਰੀ, ਮਦਾਣੀਆਂ, ਇਹਨਾਂ ਅੱਖੀਆਂ 'ਚ ਪਾਵਾਂ ਕਿਵੇਂ ਖਜਲਾ, ਗਮਾਂ ਦੀ ਰਾਤ ਲੰਬੀ ਹੈ ਜਾਂ ਮੇਰੇ ਗੀਤ, ਸੂਹੇ ਵਿਚੀਰੇ ਵਾਲਿਆ ਵਰਗੇ ਕਈ ਯਾਦਗਾਰੀ ਗੀਤ ਰਿਕਾਰਡ ਕਰਵਾਉਣ ਵਾਲੀ ਸਦਾ ਬਹਾਰ ਗੀਤਾਂ ਦੀ ਗਾਇਕਾ ਨੇ ਬਾਬਾ ਬੁੱਲੇ ਸ਼ਾਹ ਦੀਆਂ ਕਾਫੀਆਂ ਤੋਂ ਇਲਾਵਾ ਨੰਦ ਲਾਲ ਨੂਰਪੁਰੀ, ਅੰਮ੍ਰਿਤਾ ਪ੍ਰੀਤਮ, ਮੋਹਨ ਸਿੰਘ ਅਤੇ ਸ਼ਿਵ ਕੁਮਾਰ ਬਟਾਲਵੀ ਦੇ ਗੀਤਾਂ ਨੂੰ ਪ੍ਰਮੁੱਖਤਾ ਦਿੱਤੀ। ਤੇ ਅੱਜ ਆਪਣੀ ਨਾਨੀ ਦੇ 91ਵੇਂ ਜਨਮ ਦਿਨ 'ਤੇ ਸੁਨੈਨੀ ਸ਼ਰਮਾ ਤੇ ਨਾਲ ਹੀ ਡੋਲੀ ਗੁਲੇਰੀਆ ਆਪਣੀ ਮਾਂ ਸੁਰਿੰਦਰ ਕੌਰ ਦੇ 91ਵੇਂ ਜਨਮ ਦਿਨ 'ਤੇ ਉਹਨਾਂ ਦੀ ਯਾਦ ਨੂੰ ਹੋਰ ਤਾਜ਼ਾ ਕਰਦੇ ਹੋਏ ਆਓ ਮਿਲਵਾਉਂਦੇ ਹਾਂ ਇਹਨਾਂ ਦੇ ਨਾਲ। ਸੋ ਅਸੀਂ ਪਹੁੰਚ ਚੁੱਕੇ ਹਾਂ ਡੋਲੀ ਗੁਲੇਰੀਆ ਜੀ ਤੇ ਸੁਨੈਨੀ ਸ਼ਰਮਾ ਜੀ ਦੇ ਕੋਲ ਤੇ ਆਓ ਫਟਾਫਟ ਮਿਲਵਾਉਂਦੀ ਹਾਂ ਤੁਹਾਨੂੰ ਉਹਨਾਂ ਦੇ ਨਾਲ। ਸਤਿ ਸ਼੍ਰੀ ਅਕਾਲ ਮੈਮ। ਸਤਿ ਸ਼੍ਰੀ ਅਕਾਲ ਜੀ। ਸੋ ਮੈਮ ਅੱਜ ਦੇ ਦਿਨ ਦੀਆਂ ਤੁਹਾਨੂੰ ਬਹੁਤ ਬਹੁਤ ਵਧਾਈਆਂ ਹੋਣ ਔਰ ਬਹੁਤ ਚੰਗਾ ਲੱਗ ਰਿਹਾ। ਮੈਂ ਬਹੁਤ ਲੱਕੀ ਫੀਲ ਕਰ ਰਹੀ ਹਾਂ ਕਿ ਮੈਂ ਤੁਹਾਡੇ ਕੋਲ ਇਸ ਟਾਈਮ ਪਹੁੰਚੀ ਹੋਈ ਹਾਂ। ਸੋ ਬਹੁਤ ਬਹੁਤ ਮੁਬਾਰਕਾਂ। ਥੈਂਕ ਯੂ ਸੋ ਮਚ। ਮੈਂ ਤੇ ਕਹਾਂਗੀ ਸਾਰਿਆਂ ਨੂੰ ਮਾਂ ਦੇ ਜਨਮ ਦਿਨ ਦੀਆਂ ਲੱਖ ਲੱਖ ਵਧਾਈਆਂ ਜੀ। ਸੋ ਇਹ ਵੀ ਕਿਹਾ ਜਾਂਦਾ ਮੈਮ ਕਿ ਜਦੋਂ ਜਿਹੜੀਆਂ ਯਾਦਾਂ ਨੇ ਉਹ ਜਿੰਨੀਆਂ ਜ਼ਿਆਦਾ ਪੁਰਾਣੀਆਂ ਹੋ ਜਾਣ ਉਨੀਆਂ ਜ਼ਿਆਦਾ ਸੋਹਣੀਆਂ ਉਨੀਆਂ ਜ਼ਿਆਦਾ ਖੂਬਸੂਰਤ ਹੋ ਜਾਂਦੀਆਂ ਨੇ ਅਤੇ ਤੁਹਾਡੇ ਕੋਲ ਤਾਂ ਬਹੁਤ ਜ਼ਿਆਦਾ ਯਾਦਾਂ ਨੇ ਜਿਵੇਂ ਮਾਂ ਦੀਆਂ ਯਾਦਾਂ ਜਾਂ ਸੁਨਾਨੀ ਮੈਮ ਨਾਨੀ ਦੀਆਂ ਯਾਦਾਂ, ਇਹ ਬਹੁਤ ਸਾਰੀਆਂ ਯਾਦਾਂ ਨੇ। ਇਹਨਾਂ 'ਚ ਉਹ ਖੂਬਸੂਰਤ ਯਾਦਾਂ ਦੇ ਬਾਰੇ ਅਸੀਂ ਅੱਜ ਜ਼ਰੂਰ ਜ਼ਿਕਰ ਕਰਾਂਗੇ ਜਿਹੜੀ ਹਮੇਸ਼ਾ ਅਸੀਂ ਚਾਹਾਂਗੇ ਕਿ ਉਹਨਾਂ ਦੇ ਬਾਰੇ ਸਾਰਿਆਂ ਨੂੰ ਪਤਾ ਹੋਵੇ ਔਰ ਉਸ ਦੇ ਬਾਰੇ ਹਮੇਸ਼ਾ ਗੱਲ ਹੋਵੇ। ਸੋ ਐਸੀ ਇੱਕ ਖਾਸ ਯਾਦ ਜਿਹੜੀ ਅੱਜ ਵੀ ਜਦੋਂ ਤੁਸੀਂ ਯਾਦ ਕਰਦੇ ਹੋ ਤੇ ਇਕੱਲੇ ਵੀ ਬੈਠੇ ਹੋਏ ਤੁਹਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਇਹ ਵਾਲੀ ਯਾਦ ਮੈਨੂੰ ਮੇਰੀ ਮਾਂ ਤੋਂ ਬਹੁਤ ਚੰਗੇ ਤਰੀਕੇ ਨਾਲ ਮਿਲੀ ਸੀ। ਮਾਂ ਤੇ ਇਸ ਤਰ੍ਹਾਂ ਹੈ ਕਿ ਹਰ ਦਿਨ ਅਸੀਂ ਉਹਨੂੰ ਯਾਦ ਕਰਨੇ ਆ, ਹਰ ਪਲ ਉਹਨੂੰ ਯਾਦ ਕਰਨੇ ਆ। ਨਿੱਕੀਆਂ ਨਿੱਕੀਆਂ ਗੱਲਾਂ, ਜਿਸ ਤਰ੍ਹਾਂ ਸਵੇਰੇ ਉੱਠੀ ਤੇ ਤਾਂ ਮਾਂ ਦਾ ਨਾਂ ਲੈ ਕੇ ਹੀ ਕੋਈ ਨਾ ਕੋਈ ਗੱਲ ਯਾਦ ਆ ਜਾਂਦੀ ਹੈ ਕਿ ਜਦੋਂ ਬਿਸਤਰੇ ਤੋਂ ਉੱਠੀਦਾ ਸੀ ਤੇ ਉਹ ਕਹਿੰਦੀ ਸੀ ਆਪਣੇ ਬਿਸਤਰਾ ਸਿੱਧਾ ਕਰਕੇ ਸਾਫ਼ ਕਰਕੇ ਤੇ ਫਿਰ ਉੱਠਣਾ ਜੀ। ਵੱਟ ਨਹੀਂ ਪੈਣੇ ਚਾਹੀਦੇ ਚਾਦਰ ਦੇ ਉੱਤੇ। ਉੱਥੋਂ ਹੀ ਸ਼ੁਰੂ ਹੋ ਜਾਂਦਾ ਉਹਦੀਆਂ ਯਾਦਾਂ ਦਾ ਦੌਰ ਔਰ ਸਾਰਾ ਦਿਨ ਕੁਛ ਨਾ ਕੁਛ ਚੱਲਦਾ ਰਹਿੰਦਾ। ਜੇ ਕੁਛ ਖਾਓ ਤੇ ਯਾਦ ਆ ਜਾਂਦੀ ਹੈ ਕਿ ਉਹ ਖਵਾਉਂਦੀ ਬੜੇ ਸ਼ੌਕ ਨਾਲ ਸੀ ਔਰ ਫਿਰ ਖਵਾਈ ਜਾਂਦੀ ਸੀ ਤੇ ਕਹਿੰਦੀ ਸੀ ਕੋਈ ਖਤਰਾ ਨਹੀਂ ਬੱਚਾ, ਖਾਈ ਜਾ ਵਾਹਿਗੁਰੂ ਦਾ ਨਾਂ ਲੈ ਕੇ। ਸੋ ਇਹੋ ਜਿਹੀਆਂ ਮਾਂ ਦੀਆਂ ਯਾਦਾਂ ਦਾ ਤੇ ਕੋਈ ਅੰਤ ਹੀ ਨਹੀਂ ਹੈ। ਹਰ ਗੱਲ ਤੇ ਦਿਨ ਦੀ ਕੋਈ ਵੀ ਦਿਨਚਰਿਆ ਜਿਹੜੀ ਹੁੰਦੀ ਉਹਦੇ ਵਿੱਚ ਮਾਂ ਯਾਦ ਆ ਹੀ ਜਾਂਦੀ ਹੈ ਜੀ। ਅੱਛਾ ਸੁਨਾਨੀ ਮੈਮ, ਜਿਵੇਂ ਮੈਮ ਨੇ ਹੁਣੇ ਕਿਹਾ ਕਿ ਖਾਣ ਦੀ ਜਦੋਂ ਵੀ ਗੱਲ ਹੁੰਦੀ ਤੇ ਉਹਨਾਂ ਦੀ ਯਾਦ ਆ ਜਾਂਦੀ। ਕਹਿੰਦੇ ਨੇ ਕਿ ਨਾਨੀ ਘਰ ਜਾਵਾਂਗੇ ਤੇ ਲੱਡੂ ਪੇੜੇ ਖਾਵਾਂਗੇ। ਸੋ ਤੁਹਾਡੇ ਨਾਲ ਨਾਨੀ ਦਾ ਜਿਹੜਾ ਰਿਲੇਸ਼ਨ ਸੀਗਾ ਉਹ ਸੱਚੀ ਲੱਡੂ ਪੇੜੇ ਖਵਾਉਣ ਵਾਲਾ ਸੀ ਜਾਂ ਫਿਰ ਚੀਜ਼ਾਂ ਸਮਝਾਉਣ? ਇਹਦੇ ਸਰੀਰ ਤੋਂ ਦਿਸ ਨਹੀਂ ਰਿਹਾ ਲੱਡੂ ਪੇੜੇ। ਮੇਰਾ ਤੇ ਆਈ ਥਿੰਕ ਮਜ਼ਾਕ ਹੀ ਬਣ ਗਿਆ ਤੇ ਘਰ ਦੇ ਵਿੱਚ ਮੈਂ ਕਿਉਂਕਿ ਸਭ ਤੋਂ ਵੱਡੀ ਹਾਂ, ਸਭ ਤੋਂ ਫਰਸਟ ਗ੍ਰੈਂਡ ਚਾਈਲਡ ਘਰ ਦੇ ਵਿੱਚ ਤੇ ਨਾਨੀ ਮਾਂ ਦਾਰ ਜੀ ਨੂੰ ਚਾਹ ਵੀ ਬੜਾ ਸੀ ਤੇ ਨਾਨੀ ਮਾਂ ਨੂੰ ਵੈਸੇ ਵੀ ਕਿਉਂਕਿ ਖਵਾਉਣ ਦੀ ਇੰਨੀ ਜ਼ਿਆਦਾ ਆਦਤ ਸੀ ਤੇ ਉਹਨੇ ਬੜੇ ਪਿਆਰ ਨਾਲ ਘਿਓ ਦੀਆਂ ਚੂਰੀਆਂ ਤੇ ਨਾ ਜਾਣੇ ਕੀ ਕੁਝ ਖਵਾਇਆ ਹੈ ਤੇ ਕਹਿਣਾ ਹੈ ਕਿ ਖਾ ਲੈ ਬੱਚਿਆ ਕੋਈ ਖਤਰਾ ਨਹੀਂ, ਪਰ ਉਹ ਖਤਰਾ ਅੱਜ ਤੱਕ ਟਲਿਆ ਹੀ ਨਹੀਂ। ਸੋ ਨਾਨੀ ਮਾਂ ਦੀ ਤੇ ਮੈਨੂੰ ਇਸ ਤਰ੍ਹਾਂ ਦੱਸਣਾ ਬੜਾ ਮੁਸ਼ਕਿਲ ਹੈ ਕਿ ਕੋਈ ਇੱਕ ਯਾਦ ਹੋਏ
ਤੇ ਹਰ ਚੀਜ਼, ਹਰ ਨਿੱਕੀ ਨਿੱਕੀ ਚੀਜ਼, ਕੱਪੜੇ ਇਸਤਰੀ ਕਰੋ, ਤੇ ਨਾਨੀਮਾ ਨੂੰ ਕੱਪੜੇ ਇਸਤਰੀ ਕਰਨ ਦਾ ਬੜਾ ਸ਼ੌਕ ਸੀ। ਤੇ ਜਿਸ ਤਰ੍ਹਾਂ ਮਮਾ ਚਾਦਰਾਂ ਦੇ ਵੱਟ ਦੱਸਦੇ ਪਏ ਹੈ, ਤੇ ਉਹ ਦੁਪੱਟੇ ਤੇ ਵੱਟ ਨਹੀਂ ਸੀ ਪੈਣ ਦਿੰਦੇ, ਤੇ ਉਹ ਦੁਪੱਟੇ ਦੀ ਕੰਨੀ ਵੀ ਪੂਰੀ ਇਸਤਰੀ ਦੇ ਨਾਲ ਉਹਨੂੰ ਸਵਾਰ ਕੇ ਤੇ ਦੁਪੱਟਾ ਲੈਣਾ। ਇੰਨਾ ਸਾਦਾ ਉਹਨਾਂ ਦਾ ਫੈਸ਼ਨ ਹੁੰਦਾ ਸੀ, ਪਰ ਫਿਰ ਵੀ ਉਹ ਆਪਣੇ ਆਪ ਨੂੰ ਇੰਨੇ ਸੋਹਣੇ ਤਰੀਕੇ ਦੇ ਨਾਲ ਕੰਡਕਟ ਕਰਦੇ ਸਨ, ਤੇ ਉਹ ਮੈਨੂੰ ਉਹਨਾਂ ਦਾ ਸਟਾਈਲ ਬਹੁਤ ਚੰਗਾ ਲੱਗਦਾ ਸੀ। ਜੀ ਬਿਲਕੁਲ, ਹਮੇਸ਼ਾ ਇੱਦਾਂ ਹੁੰਦਾ ਕਿ ਜਦੋਂ ਅਸੀਂ ਮਾਂ ਦੀ ਗੱਲ ਕਰਦੇ ਨਾ, ਤੇ ਹਮੇਸ਼ਾ ਉਹਨਾਂ ਦਾ ਸਨੇਹ, ਉਹਨਾਂ ਦਾ ਪਿਆਰ ਅਸੀਂ ਹਮੇਸ਼ਾ ਗੱਲ ਕਰਦੇ ਹਾਂ। ਸੋ ਡੋਲੀ ਮੈਮ, ਤੁਹਾਡੇ ਕੋਲ ਜ਼ਰੂਰ ਪੁੱਛਾਂਗੀ ਕਿ ਡਾਂਟ ਕਿੰਨੀ ਕੁ ਹੁੰਦੀ ਸੀ ਉਹਨਾਂ ਦੇ ਪਿਆਰ ਦੇ ਵਿੱਚ? ਮਜ਼ੇ ਦੀ ਗੱਲ ਇਹ ਵੇ ਕਿ ਉਹਦੀ ਡਾਂਟ ਕੋਈ ਲਫ਼ਜ਼ਾਂ ਦੇ ਵਿੱਚ ਨਹੀਂ ਸੀ ਹੁੰਦੀ ਜੀ। ਉਹਦੀ ਇੱਕ ਘੂਰੀ ਹੁੰਦੀ ਸੀ। ਜਦ ਸਾਨੂੰ ਪਤਾ ਲੱਗ ਜਾਂਦਾ ਸੀ ਕਿ ਇਹ ਮਾਂ ਨੂੰ ਗੱਲ ਚੰਗੀ ਨਹੀਂ ਲੱਗ ਰਹੀ, ਉਹਨੇ ਐਸੀ ਨਜ਼ਰ ਨਾਲ ਦੇਖਣਾ ਕਿ ਬਸ ਫਿਰ ਬਸ ਹੋ ਜਾਂਦੀ ਸੀ। ਇਹਦੇ ਵਿੱਚ ਦੁਬਾਰਾ ਨਹੀਂ ਫਿਰ ਉਹ ਐਕਸ਼ਨ ਹੋਣਾ ਮਨਜ਼ੂਰ ਹੁੰਦਾ ਸੀ ਉਹਨੂੰ ਬਿਲਕੁਲ ਵੀ। ਜੀ। ਬੜਾ ਪਿਆਰਾ ਜਿਹਾ ਅੰਦਾਜ਼ ਸੀ ਉਹਦਾ। ਉਹਨੇ ਪਿਆਰ ਬਹੁਤਾ ਕੀਤਾ ਹੈ, ਡਾਂਟਿਆ ਘੱਟ ਹੈ। ਤੇ ਇਹ ਜਿਹੜੀ ਡਾਂਟ ਹੈ, ਇਹ ਜੇਕਰ ਮੈਂ ਮਿਊਜ਼ਿਕ ਦੀ ਗੱਲ ਕਰਾਂ, ਬਿਕੋਜ਼ ਤੁਹਾਨੂੰ ਬਹੁਤ ਅੱਛੇ ਤਰੀਕੇ ਦੇ ਨਾਲ ਸਾਰੇ ਲੋਕ ਬਹੁਤ ਪਸੰਦ ਕਰਦੇ ਨੇ। ਸੁਰਿੰਦਰ ਕੌਰ ਮੈਮ ਤੇ ਮਾਣ ਨੇ ਸਾਡਾ, ਤੇ ਉਸ ਤੋਂ ਬਾਅਦ ਸੁਨੈਣੀ ਮੈਮ ਦੀ ਅਗਰ ਗੱਲ ਕਰੀਏ, ਇਹ ਜਿਹੜੀ ਜਰਨੀ ਹੈ, ਇਹ ਸਾਰੀ ਦੀ ਸਾਰੀ ਜਰਨੀ ਜਿਹੜੀ ਹੈ, ਇਹ ਕੀ ਸੁਰਿੰਦਰ ਮੈਮ ਤੋਂ ਹੀ ਸ਼ੁਰੂ ਹੋਈ ਹੈ, ਜਾਂ ਤੁਹਾਡੇ ਆਪਣੇ ਦਿਲ 'ਚ ਵੀ ਸੀਗਾ ਕਿ ਨਹੀਂ ਮੈਂ ਇਸ ਲਾਈਨ ਦੇ ਵਿੱਚ ਜਾਣਾ ਚਾਹੁੰਦੀ ਹਾਂ? ਮੈਨੂੰ ਜੇ ਕਹਿ ਰਹੇ ਹੋ ਤੇ ਮੈਂ ਤੇ ਕਦੀ ਨਹੀਂ ਸੀ ਸੋਚਿਆ ਕਿ ਮੈਂ ਮਿਊਜ਼ਿਕ ਦੇ ਵਿੱਚ ਜਾਵਾਂਗੀ। ਮੈਂ ਤੇ ਡਾਕਟਰ ਬਣਨਾ ਚਾਹੁੰਦੀ ਸਾਂ, ਪੜ੍ਹਾਈ ਵਿੱਚ ਚੰਗੀ ਸਾਂ। ਔਰ ਮੇਰੇ ਫਾਦਰ ਕਿਉਂਕਿ ਪ੍ਰੋਫੈਸਰ ਸਨ ਦਿੱਲੀ ਯੂਨੀਵਰਸਿਟੀ ਦੇ ਵਿੱਚ, ਪ੍ਰੋਫੈਸਰ ਜੋਗਿੰਦਰ ਸਿੰਘ ਸੋਢੀ, ਤੇ ਉਹ ਮਸ਼ਹੂਰ ਐਜੂਕੇਸ਼ਨਿਸਟ ਸਨ। ਤੇ ਘਰ ਦੇ ਵਿੱਚ ਮਾਹੌਲ ਜਾਂ ਸੰਗੀਤ ਦਾ ਸੀ ਤੇ ਜਾਂ ਪੜ੍ਹਾਈ ਦਾ ਸੀ। ਤੇ ਮੈਨੂੰ ਹਮੇਸ਼ਾ ਮੇਰਾ ਇਹ ਜੀ ਕਰਦਾ ਸੀ ਕਿ ਮੈਂ ਵੀ ਬਹੁਤ ਦਾਰਜੀ ਜਿਸ ਤਰ੍ਹਾਂ ਪੜ੍ਹੀ ਲਿਖੀ ਬਣਾ, ਔਰ ਮਾਂ ਦਾ ਜੀ ਕਰਦਾ ਸੀ ਕਿ ਮੈਂ ਡਾਕਟਰ ਬਣਾ। ਤੇ ਮੈਨੂੰ ਸਾਇੰਸ ਚੰਗੀ ਲੱਗਦੀ ਸੀ, ਮੈਂ ਪੜ੍ਹੀ ਵੀ ਸਾਇੰਸ, ਬਟ ਕਿਸਮਤ ਨੇ ਸੰਗੀਤ ਦੇ ਵੱਲ ਜੋੜ ਦਿੱਤਾ। ਪਰ ਸੰਗੀਤ ਦਾ ਇਹ ਸੀ ਕਿ ਸਾਡੇ ਘਰ ਦੇ ਵਿੱਚ ਤੇ ਹਰ ਵੇਲੇ ਸੰਗੀਤ ਦਾ ਮਾਹੌਲ ਸੀ। ਵੱਡੇ ਵੱਡੇ ਉਸਤਾਦ ਆਉਂਦੇ ਸਨ, ਵੱਡੇ ਵੱਡੇ ਰਾਈਟਰਸ ਆਉਂਦੇ ਸਨ, ਔਰ ਗੱਲਾਂ ਬਾਤਾਂ ਸਾਰੀਆਂ ਜਾਂ ਸਾਹਿਤਿਕ ਹੁੰਦੀਆਂ ਸਨ ਜਾਂ ਸੰਗੀਤ ਦੀਆਂ ਹੁੰਦੀਆਂ ਸਨ। ਸੋ ਉਹ ਮੇਰੇ ਜ਼ਿਹਨ ਦੇ ਵਿੱਚ, ਮੇਰੇ ਰਗ ਰਗ ਦੇ ਵਿੱਚ ਤੇ ਸੰਗੀਤ ਹੀ ਵਸਿਆ ਹੋਇਆ ਸੀ। ਸੋ ਉਹ ਬਚਪਨ ਤੋਂ ਸੁਣ ਕੇ ਇਹ ਦਿਮਾਗ ਜਿਹੜਾ ਹੈ ਕੰਪਿਊਟਰ ਵਾਂਗੂ ਉਹਨੇ ਭਰ ਲਿਆ ਸੀ ਸੰਗੀਤ ਨੂੰ ਆਪਣੇ ਦਿਮਾਗ ਦੇ ਵਿੱਚ, ਤੇ ਉਹ ਹੌਲੀ ਹੌਲੀ ਕਰਕੇ ਬਾਹਰ ਨਿਕਲਦਾ ਆਇਆ। ਔਰ ਮੈਂ ਪ੍ਰੋਫੈਸ਼ਨਲੀ ਕਾਫੀ ਲੇਟ, ਸ਼ਾਦੀ ਤੋਂ ਬਾਅਦ ਪ੍ਰੋਫੈਸ਼ਨ ਦੇ ਵਿੱਚ ਆਈ। ਜੀ ਬਿਲਕੁਲ, ਜਿਵੇਂ ਤੁਸੀਂ ਕਿਹਾ ਕਿ ਕਿਸਮਤ ਤੁਹਾਨੂੰ ਇੱਧਰ ਲਾਈ, ਤੇ ਕਿਸਮਤ ਸਾਡੀ ਚੰਗੀ ਸੀਗੀ ਕਿ ਸਾਨੂੰ ਤੁਸੀਂ ਮਿਲੇ, ਔਰ ਬਹੁਤ ਚੰਗਾ ਲੱਗਦਾ ਜਦੋਂ ਵੀ ਤੁਹਾਨੂੰ ਸੁਣਦੇ ਹਾਂ, ਤੁਹਾਡੇ ਨਾਲ ਗੱਲ ਹੁੰਦੀ ਹੈ ਤਾਂ ਬਹੁਤ ਵਧੀਆ ਲੱਗਦਾ ਹੈ। ਸੁਨੈਣੀ ਮੈਮ, ਤੁਹਾਡੇ ਨਾਲ ਵੀ ਅਗਰ ਇਸੇ ਗੱਲ ਨੂੰ ਲੈ ਕੇ ਮੈਂ ਗੱਲ ਕਰਾਂ, ਤੇ ਤੁਹਾਡੇ ਸਫ਼ਰ ਦੇ ਬਾਰੇ ਵੀ ਮੈਂ ਜ਼ਰੂਰ ਜਾਣਨਾ ਚਾਹਾਂਗੀ, ਕਿਉਂਕਿ ਜੇਕਰ ਮਾਂ ਕਰਦੇ ਨੇ, ਗਾਉਂਦੇ ਨੇ, ਤੇ ਤੁਹਾਡਾ ਵੀ ਮਨ ਹੁੰਦਾ ਸੀਗਾ ਜਾਂ ਇਹ ਹੁੰਦਾ ਸੀਗਾ ਕਿ ਨਹੀਂ ਕੋਈ ਗੱਲ ਨਹੀਂ, ਮੰਮਾ ਕਰ ਰਹੇ ਨੇ ਤਾਂ ਕਰ ਲੈਣ ਦਿਓ, ਮੈਂ ਨਹੀਂ ਕਰਨਾ? ਮੇਰੀ ਖੁਸ਼ਕਿਸਮਤੀ ਇਹ ਰਹੀ ਹੈ ਕਿ ਮੈਂ ਨਾਨੀਮਾ ਦਾਰਜੀ ਕੋਲ ਆਪਣੇ ਬਚਪਨ ਦੇ ਕਈ ਸਾਲ ਉਹਨਾਂ ਦੇ ਕੋਲ ਰਹੀ ਹਾਂ, ਕਿਉਂਕਿ ਫਾਦਰ ਆਰਮੀ ਦੇ ਵਿੱਚ ਹੋਣ ਕਰਕੇ ਪੋਸਟਿੰਗਸ ਤੇ ਇੱਧਰ ਉੱਧਰ ਜਾਂਦੇ ਸੀ, ਤੇ ਮੇਰੇ ਨਾਲ ਕੁਝ ਨਾਨੀਮਾ ਦਾਰਜੀ ਦਾ ਖਾਸ ਹੀ ਪਿਆਰ ਸੀ। ਤੇ ਮੈਨੂੰ ਦਿੱਲੀ ਦੇ ਵਿੱਚ ਸਕੂਲ ਦੇ ਵਿੱਚ ਪਾਇਆ ਹੋਇਆ ਸੀ, ਤੇ ਮੈਂ ਉੱਥੇ ਹੀ ਰਹਿੰਦੀ ਸਾਂ, ਉਹਨਾਂ ਦੇ ਕੋਲ ਹੀ। ਤੇ ਨਾਨੀਮਾ ਜਦੋਂ ਰਿਆਜ਼ ਕਰਦੇ ਸੀ ਤੇ ਮੈਂ ਨਾਨੀਮਾ ਦੇ ਨਾਲ ਬੈਠ ਜਾਣਾ, ਤੇ ਬਾਕੀ ਦਾਰਜੀ ਦੇ ਨਾਲ ਗੱਲਾਂ ਬਾਤਾਂ ਕਰਨੀਆਂ, ਉਹਨਾਂ ਦੇ ਨਾਲ ਖੇਡਣਾ, ਬਹੁਤਾ ਛੋਟੇ ਬੱਚੇ ਜਿਵੇਂ ਖੇਡਦੇ ਨੇ ਆਪਣੇ ਨਾਨਕੇ ਜਾ ਕੇ। ਤੇ ਨਾਨੀਮਾ ਨੇ ਕਈ ਵਾਰੀ ਜਿਵੇਂ ਕੋਈ ਗੀਤ ਮੈਨੂੰ ਸਿਖਾਉਣਾ, ਤੇ ਫਿਰ ਅਸੀਂ ਉਹਦੇ ਐਕਸ਼ਨ ਤਿਆਰ ਕਰਨੇ, ਫਿਰ ਦਾਰਜੀ ਦੇ ਕਮਰੇ ਜਾ ਕੇ ਤੇ ਪਰਦਾ ਖੋਲ ਕੇ ਤੇ ਫਿਰ ਜਾ ਕੇ ਐਂਟਰ ਕਰਕੇ ਤੇ ਪਰਫਾਰਮ ਕਰਨਾ। ਤੇ ਨਿੱਕੀ ਜੀ ਮੈਂ 5-6 ਸਾਲ ਦੀ ਹੋਵਾਂਗੀ, ਤੇ ਉੱਥੇ ਫਿਰ ਦਾਰਜੀ ਨੇ ਮੈਨੂੰ ਬਹੁਤ ਪਿਆਰ ਕਰਨਾ, ਮੈਨੂੰ ਟੌਫੀਆਂ, ਢੇਰ ਸਾਰੀਆਂ ਟੌਫੀਆਂ ਮਿਲਣੀਆਂ। ਤੇ ਮੈਨੂੰ ਲੱਗਦਾ ਸੀ ਕਿ ਇਹ ਤੇ ਬਹੁਤ ਵਧੀਆ ਕੰਮ ਹੈ ਕਿ ਨਾਨੀਮਾ ਕੋਲੋਂ ਗਾਣਾ, ਕੋਈ ਵੀ ਗੀਤ ਸਿੱਖ ਕੇ ਤੇ ਮੈਂ ਦਾਰਜੀ ਨੂੰ ਜਾ ਕੇ ਸੁਣਾਉਂਦੀ ਹਾਂ, ਤੇ ਉਹ ਮੈਨੂੰ ਇੰਨਾ ਪਿਆਰ ਦਿੰਦੇ ਨੇ। ਤੇ ਉਸ ਵੇਲੇ ਤੇ ਅਹਿਸਾਸ ਨਹੀਂ ਸੀ ਕਿ ਨਾਨੀਮਾ ਦ ਸੁਰਿੰਦਰ ਕੌਰ ਹੈਗੇ ਨੇ, ਤੇ ਨਾਨੀਮਾ ਤੇ ਮੇਰੀ ਨਾਨੀ ਹੀ ਸੀ। ਲੜਦੀ ਸਾਂ ਮੈਂ, ਮੇਰੀ ਗੁੱਤਾਂ ਟਾਈਟ ਕਰੋ, ਢਿੱਲੀਆਂ ਕਰਤੀਆਂ ਨੇ, ਜਾਂ ਮੈਨੂੰ ਇਹ ਫਲਾਣੀ ਚੀਜ਼ ਨਹੀਂ ਖਾਣੀ, ਮੈਨੂੰ ਉਹ ਚੀਜ਼ ਬਣਾ ਕੇ ਦਿਓ, ਤੇ ਜਿਵੇਂ ਬੱਚੇ ਜ਼ਿੱਦ ਕਰਦੇ ਨੇ। ਪਰ ਉਹ ਕਿਵੇਂ ਉਹਦੀਆਂ ਲੋਰੀਆਂ ਤੇ ਕਿਵੇਂ ਉਹਦੇ ਗੀਤ
ਉਸ ਛੋਟੀ ਉਮਰ ਤੋਂ ਹੀ ਮੇਰੇ ਕੰਨਾਂ ਦੇ ਵਿੱਚ ਗੂੰਜਦੇ ਰਹਿ ਰਹੇ ਸਨ। ਤੇ ਜਦੋਂ ਖਾਨ ਸਾਹਿਬ ਅਬਦੁਲ ਰਹਿਮਾਨ ਖਾਨ ਸਾਡੇ ਗੁਰੂ ਜਦੋਂ ਨਾਨਮਾ ਨੂੰ ਸਿਖਾਉਣ ਵਾਸਤੇ ਆਉਂਦੇ ਸਨ, ਤੇ ਮੈਂ ਇੱਕ ਦਿਨ ਉਹਨਾਂ ਨੂੰ ਕਿਹਾ ਕਿ ਅਸੀਂ ਦਿੱਲੀ ਹੁੰਦੇ ਸੀ, ਤੇ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਵੀ ਆਪ ਸੇ सीखना चाहती हूँ। ਤੇ ਉਹਨਾਂ ਨੇ ਕਿਹਾ ਠੀਕ ਹੈ, ਮੈਂ ਤੈਨੂੰ ਵੀ ਸਿਖਾਵਾਂਗਾ। ਤੇ ਮੈਂ ਸਿੱਖਣਾ ਸ਼ੁਰੂ ਕੀਤਾ। ਤੇ ਮੈਂ ਮੰਮਾ ਕੋਲ ਜਦੋਂ ਛੁੱਟੀਆਂ ਦੇ ਵਿੱਚ ਆਈ, ਮੇਰੇ ਫਾਦਰ ਪੋਸਟਡ ਸਨ ਉਸ ਵੇਲੇ ਫਰਖਾਬਾਦ ਦੇ ਕੋਲ, ਤੇ ਮੈਂ ਮੰਮਾ ਨੂੰ ਉਹ ਗੀਤ ਸੁਣਾਇਆ, ਤੇ ਮੰਮਾ ਕਹਿਣ ਲੱਗੇ ਕਿ ਲੈ ਤੂੰ ਸਿੱਖ ਕੇ ਆਈ ਹੈ ਤੇ ਮੈਂ ਵੀ ਸਿੱਖਣਾ ਹੈ। ਤੇ ਫਿਰ ਜਦੋਂ ਦਿੱਲੀ ਆਏ ਤੇ ਫਿਰ ਮੰਮਾ ਨੇ ਵੀ ਖਾਨ ਸਾਹਿਬ ਨੂੰ ਆਪਣਾ ਗੁਰੂ ਧਾਰਿਆ। ਤੇ ਇਹ ਵੀ ਬਹੁਤ ਵੱਡੀ ਗੱਲ ਸੀ ਕਿ ਅਸੀਂ ਤਿੰਨੇ ਜਨਰੇਸ਼ਨਸ ਨੇ, ਨਾਨਮਾ, ਮੰਮਾ ਤੇ ਮੈਂ, ਅਸੀਂ ਇੱਕੋ ਗੁਰੂ ਕੋਲੋਂ ਸੰਗੀਤ ਸਿੱਖਿਆ, ਜੋ ਕਿ ਪਟਿਆਲਾ ਘਰਾਣੇ ਦਾ ਖਾਸ ਅੰਗ ਉਹਨਾਂ ਨੇ ਸਾਨੂੰ ਐਕਸਪਲੇਨ ਕੀਤਾ ਕਿ ਪਟਿਆਲਾ ਘਰਾਣਾ ਦਾ ਕੀ ਸਟਾਈਲ ਆਫ ਸਿੰਗਿੰਗ ਹੈਗਾ। ਕਿਉਂਕਿ ਨਾਨਮਾ ਤੋਂ ਪਹਿਲਾਂ ਸਾਡੇ ਘਰ ਦੇ ਵਿੱਚ ਕਿਸੇ ਨੇ ਮਿਊਜ਼ਿਕ ਨੂੰ ਪ੍ਰੋਫੈਸ਼ਨਲੀ ਨਹੀਂ ਸੀ ਲਿਆ। ਨਾਨਮਾ ਆਪਣੇ ਟਾਈਮ ਦੇ, ਮੈਂ ਮੰਨਦੀ ਹਾਂ ਕਿ ਆਪਣੇ ਟਾਈਮ ਦੀ ਇੱਕ ਪਹਿਲੀ ਇਹੋ ਜਿਹੀ ਵਾਹਿਦ ਕੁੜੀ ਸੀ, ਕਿਉਂਕਿ 13 ਸਾਲ ਦੀ ਉਮਰ ਤੋਂ ਹੀ ਉਹਨੇ ਗਾਉਣਾ ਸ਼ੁਰੂ ਕਰਤਾ ਸੀ। ਤੇ ਉਸ ਤੋਂ ਪਹਿਲਾਂ ਕੋਈ ਵੀ ਚੰਗੀ ਫੈਮਲੀਜ਼ ਦੀ ਕੁੜੀਆਂ ਨੂੰ ਸੰਗੀਤ ਵਾਲੇ ਪਾਸੇ ਨਹੀਂ ਸੀ ਜਾਣ ਦਿੰਦਾ, ਪਰ ਉਹਦੀ ਬੜੀ ਹਿੰਮਤ ਸੀ ਤੇ ਉਹਦੀ ਲਗਨ ਸੀ। ਤੇ ਇਹ ਗੱਲ ਮੈਨੂੰ ਬਹੁਤ ਇਨਸਪਾਇਰ ਕਰਦੀ ਸੀ ਕਿ ਨਾਨਮਾ ਨੇ ਇੰਨਾ ਵੱਡਾ ਚੈਲੰਜ ਤੇ ਇੰਨਾ ਵੱਡਾ ਕਦਮ ਲਿਆ, ਤੇ ਉਸ ਚੀਜ਼ ਨੂੰ ਅਸੀਂ ਐਜ਼ ਫੈਮਿਲੀ ਬਹੁਤ ਪ੍ਰਾਊਡ ਫੀਲ ਕਰਦੇ ਜੀ। ਤੇ ਮੰਮਾ ਤੇ ਜੋ ਗਾਉਂਦੇ ਨੇ, ਜਾਂ ਮੰਮਾ ਨੇ ਜਦੋਂ ਰਿਆਜ਼ ਕਰਨਾ, ਜਾਂ ਜਦੋਂ ਮਤਲਬ ਮੈਨੂੰ ਇਹ ਸਮਝਾਉਣਾ ਬੜਾ ਮੁਸ਼ਕਿਲ ਹੈ ਕਿ ਮੰਮਾ ਤੇ ਮੈਂ ਰਸੋਈ 'ਚ ਵੀ ਕੰਮ ਕਰ ਰਹੇ ਹਾਂ ਤਾਂ ਵੀ ਅਸੀਂ ਕੋਈ ਗੀਤ ਗਾ ਰਹੇ ਹਾਂ। ਜੇ ਅਸੀਂ ਹੋਰ ਕੋਈ ਕੰਮ ਕਰਨਾ ਹੈ ਜਾਂ ਕੋਈ ਗੱਲਬਾਤ ਕਰਨੀ ਹੈ, ਤੇ ਵਿਆਹ ਤੋਂ ਪਹਿਲਾਂ ਤਾਂ ਇਹੀ ਹੁੰਦਾ ਸੀ ਕਿ ਮੈਂ ਸਵੇਰੇ ਉੱਠਣਾ ਤੇ ਮੰਮਾ ਨੇ ਕੋਈ ਗੀਤ ਗੁਣਗੁਣਾ ਰਹੇ ਹੋਣਾ, ਤੇ ਮੈਂ ਮੰਮਾ ਦੇ ਨਾਲ ਗਾ ਰਹੇ ਹੋਣਾ। ਤੇ ਇਸ ਤਰ੍ਹਾਂ ਦਿਨਚਰਿਆ ਦੇ ਵਿੱਚ ਤੇ ਪਤਾ ਨਹੀਂ ਕਿੰਨੀ ਵਾਰੀ ਇਸ ਤਰ੍ਹਾਂ ਹੁੰਦਾ ਸੀ ਕਿ ਅਸੀਂ ਰਲ ਮਿਲ ਇਹ ਪੜ੍ਹਾਈ ਦੇ ਵਿੱਚ ਲੱਗ ਗਈ, ਔਰ ਫਿਰ ਪੜ੍ਹਾਈ ਵੱਲ ਚਲੀ ਗਈ। ਇਹਨੇ ਐਮਏ ਕੀਤਾ ਅੰਗਰੇਜ਼ੀ ਦੇ ਵਿੱਚ, ਫੈਸ਼ਨ ਡਿਜ਼ਾਈਨਿੰਗ, ਤੇ ਪਤਾ ਨਹੀਂ ਕਿੰਨੇ ਕੁਝ ਡਿਪਲੋਮੇ ਤੇ ਡਿਗਰੀਆਂ ਲੈ ਕੇ ਬਹਿ ਗਈ। ਤੇ ਸੰਗੀਤ ਦਾ ਅੰਦਰ ਵਸਿਆ ਹੋਇਆ ਸੰਗੀਤ, ਪਰ ਉਹਨੂੰ ਪ੍ਰੋਫੈਸ਼ਨਲੀ ਅਡਾਪਟ ਕਰਨਾ, ਇਹ ਹਮੇਸ਼ਾ ਇਹੀ ਕਹਿੰਦੀ ਸੀ ਕਿ ਮੈਨੂੰ ਇਹ ਬੜਾ ਔਖਾ ਕੰਮ ਹੈ। ਮਾਂ ਤੇ ਨਾਨੀ ਦੋਨੋਂ ਇਸ ਪ੍ਰੋਫੈਸ਼ਨ ਵਿੱਚ ਨੇ, ਤੇ ਮੈਂ ਇਹ ਕਦਮ ਨਹੀਂ ਲੈ ਸਕਦੀ, ਮੇਰੀ ਲਾਈਨ ਦੂਸਰੀ ਹੈ। ਸੰਗੀਤ ਮੇਰੀ ਹੌਬੀ ਰਹੇਗੀ ਹਮੇਸ਼ਾ। ਜੀ ਬਿਲਕੁਲ। ਜਿਵੇਂ ਡੋਲੀ ਮੈਮ, ਬਹੁਤ ਸਾਰੀਆਂ ਚੀਜ਼ਾਂ ਕੁੜੀਆਂ ਨੂੰ ਦੇਖਣੀਆਂ ਪੈਂਦੀਆਂ ਨੇ, ਸੋਚਣੀਆਂ ਪੈਂਦੀਆਂ ਨੇ। ਇਹ ਅਸੀਂ ਜਿੰਨਾ ਮਰਜ਼ੀ ਇਸ ਚੀਜ਼ ਨੂੰ ਕਹਿ ਦਈਏ ਕਿ ਅਸੀਂ ਨਹੀਂ ਮੰਨਦੇ, ਪਰ ਇਹ ਕਿਤੇ ਨਾ ਕਿਤੇ ਸੀ ਔਰ ਹੁੰਦਾ ਵੀ ਆਉਂਦਾ ਹੈ। ਇਹਨਾਂ ਚੀਜ਼ਾਂ ਨੂੰ ਲੈ ਕੇ ਤੁਹਾਨੂੰ ਕਿੰਨੀਆਂ ਔਖਾਈਆਂ ਜਿਹੜੀਆਂ ਨੇ ਉਹਨਾਂ ਦਾ ਸਾਹਮਣਾ ਕਰਨਾ ਪਿਆ? ਕਿਉਂਕਿ ਮੈਨੂੰ ਲੱਗਦਾ ਕਿ ਅੱਜ ਦੇ ਟਾਈਮ ਦੇ ਵਿੱਚ ਇਹ ਹਰ ਕਿਸੇ ਨੂੰ ਤੁਹਾਡੇ ਮੂੰਹ ਤੋਂ ਵੀ ਪਤਾ ਹੋਣੀ ਚਾਹੀਦੀ ਹੈ, ਔਰ ਵੈਸੇ ਵੀ ਇਹ ਗੱਲ ਦਾ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਕਿੰਨਾ ਔਖਾ ਹੁੰਦਾ ਹੈ। ਮੇਰੇ ਤੋਂ ਵੱਧ ਮੈਂ ਜਦੋਂ ਪ੍ਰੋਫੈਸ਼ਨ ਵਿੱਚ ਆਈ ਹਾਂ, ਉਸ ਤੋਂ ਪਹਿਲਾਂ ਮਾਂ ਦੇ ਪ੍ਰੋਫੈਸ਼ਨ ਦੇ ਆਉਣ ਦਾ ਜਿਹੜਾ ਵੇਲਾ ਸੀ, ਉਹ ਇੱਕ ਜ਼ਿਆਦਾ ਔਖਾ ਸੀ ਸਮਾਂ ਸੀ। ਤੇ ਮਾਂ ਬਿਲਕੁਲ ਨਹੀਂ ਸੀ ਚਾਹੁੰਦੀ ਕਿ ਮੈਂ ਇਸ ਪ੍ਰੋਫੈਸ਼ਨ ਦੇ ਵਿੱਚ ਆਵਾਂ, ਕਿ ਉਹ ਡਰਦੀ ਸੀ ਕਿ ਜਿਹੜੀ ਸਟਰਗਲ ਉਹਨੇ ਕੀਤੀ ਹੈ ਮੈਨੂੰ ਨਾ ਕਰਨੀ ਪਏ, ਕਿ ਮੈਂ ਬਾਈ ਨੇਚਰ ਡਿਫਰੈਂਟ ਸਾਂ, ਪੜ੍ਹਾਈ ਵੱਲ ਬਹੁਤ ਹੀ ਰੁੱਝੀ ਹੋਈ ਸਾਂ, ਔਰ ਬਾਈ ਨੇਚਰ ਮਾਂ ਹਮੇਸ਼ਾ ਮੈਨੂੰ ਕਹਿੰਦੀ ਸੀ ਤੂੰ ਬੜੀ ਭੋਲੀ ਭਾਲੀ ਹੈ। ਇਹ ਜ਼ਮਾਨਾ ਜਿਹੜਾ ਹੈ ਬਹੁਤ ਜ਼ਿਆਦਾ ਖਤਰਨਾਕ ਹੈ ਕੁੜੀਆਂ ਵਾਸਤੇ, ਤੇ ਕੁੜੀਆਂ ਵਾਸਤੇ ਇਹ ਫੀਲਡ ਅਡਾਪਟ ਕਰਨਾ ਬੜਾ ਔਖਾ ਕੰਮ ਹੈ। ਸੋ ਉਦੋਂ ਤੇ ਇਹ ਔਖਿਆਈ ਸੀ ਕਿ ਮੈਂ ਕਾਲਜ ਤੇ ਸਕੂਲ ਦੇ ਵਿੱਚ ਸਾਰੇ ਕੰਪੀਟੀਸ਼ਨ ਦੇ ਵਿੱਚ ਫਸਟ ਆਣਾ, ਟਰੋਫੀਜ਼ ਲੈ ਕੇ ਆਉਣੀਆਂ, ਪਰ ਫਿਰ ਵੀ ਮੈਂ ਮੇਰੀ ਪੜ੍ਹਾਈ ਕਰ ਰਹੀ ਸਾਂ, ਮੈਂ ਸੰਗੀਤ ਵੱਲ ਫਿਰ ਵੀ ਨਹੀਂ ਸਾਂ ਜਾ ਰਹੀ। ਪਰ ਉਹ ਬਹੁਤੀ ਦੇਰ ਮੇਰੇ ਕੋਲ ਰੋਕਿਆ ਨਹੀਂ ਗਿਆ। ਜਦੋਂ ਸ਼ਾਦੀ ਤੋਂ ਬਾਅਦ ਕਰਨਲ ਸਾਹਿਬ ਨੇ ਮੈਨੂੰ ਕਿਹਾ ਕਿ ਸੰਗੀਤ ਤੇ ਤੂੰ ਹਰ ਵੇਲੇ ਗਾਉਂਦੀ ਰਹਿੰਦੀ ਹੈ, ਰੇਡੀਓ ਤੇ ਮੈਂ ਪਹਿਲਾਂ ਦੀ ਗਾਉਂਦੀ ਸਾਂ 16-17 ਸਾਲ ਦੀ ਉਮਰ ਤੋਂ। ਉਹ ਕਹਿਣ ਲੱਗੇ ਕਿ ਇਹਨੂੰ ਪ੍ਰੋਪਰਲੀ ਅਡਾਪਟ ਕਰ ਔਰ ਫਿਰ ਗਾ, ਐਵੇਂ ਤੂੰ ਇਹਨੂੰ ਹੌਬੀ ਨਾ ਰੱਖ, ਇਹਨੂੰ ਬਕਾਇਦਾ ਐਜ਼ ਪ੍ਰੋਫੈਸ਼ਨ ਅਡਾਪਟ ਕਰ। ਉਦੋਂ ਮੈਨੂੰ ਲੱਕੀਲੀ ਖਾਨ ਸਾਹਿਬ ਮਿਲੇ, ਔਰ ਉਹ ਮੇਰੇ ਬਹੁਤ ਪਿਆਰੇ ਗੁਰੂ, ਜਿਨ੍ਹਾਂ ਨੇ ਮੈਨੂੰ ਤਾਲੀਮ ਘਰ ਆ ਕੇ ਮੈਨੂੰ ਦਿੱਤੀ। ਕਿ ਮੈਂ ਡਰਦੀ ਸਾਂ ਕਿ ਮੈਂ ਹੁਣ ਵਿਆਹੀ ਹੋਈ ਹਾਂ, ਮੈਂ ਕਿਤੇ ਜਾ ਨਹੀਂ ਸਕਦੀ, ਤੇ ਮੈਂ ਕਿਸ ਕੋਲੋਂ ਸਿੱਖਾਂਗੀ।
ਜਿਹੜੀਆਂ ਐਕਚੁਅਲ ਨੂਐਂਸਸ ਹੁੰਦੀਆਂ ਨੇ ਸੰਗੀਤ ਦੀਆਂ, ਮੁਸ਼ਕਿਲਾਤਾਂ ਹੁੰਦੀਆਂ ਨੇ, ਰਾਗਦਾਰੀ ਹੁੰਦੀ ਹੈ। ਔਰ ਕਲਾਸੀਕਲ ਮਿਊਜ਼ਿਕ ਸਿੱਖਣ ਦਾ ਮੇਰਾ ਬੜਾ ਸ਼ੌਕ ਹੁੰਦਾ ਸੀ, ਉਹ ਮੈਨੂੰ ਸਾਰਾ ਖਾਨ ਸਾਹਿਬ ਕੋਲੋਂ ਮਿਲਿਆ। ਔਰ ਫਿਰ ਬੜੀ ਸਮੂਥਲੀ ਮੈਂ ਇਸ ਪ੍ਰੋਫੈਸ਼ਨ ਵਿੱਚ ਆ ਗਈ ਔਰ ਮੈਨੂੰ ਬਿਲਕੁਲ ਨਹੀਂ ਇਹ ਲੱਗਿਆ ਕਿ ਇਹ ਔਖਾ ਹੈ। ਹੁਣ ਮੈਨੂੰ ਲੱਗਦਾ ਸੀ ਕਿ ਮੈਂ ਬੜਾ ਸੌਖਾ ਹੈ, ਬਟ ਜਦੋਂ ਸਟੇਜ ਤੇ ਪ੍ਰੋਫੈਸ਼ਨਲੀ ਜਾ ਕੇ ਮਾਂ ਦੇ ਗੀਤ ਗਾਣੇ ਹੁੰਦੇ ਸਨ ਤੇ ਲੱਗਦਾ ਹੈ ਕਿ ਬਾਪ ਰੇ ਬਹੁਤ ਮੁਸ਼ਕਿਲ ਕੰਮ ਹੈ। ਮਾਂ ਨੂੰ ਕਾਪੀ ਕਰਨਾ ਔਰ ਮਾਂ ਦੇ ਸਟਾਈਲ ਦੇ ਵਿੱਚ ਗਾਣਾ ਬਹੁਤ ਔਖਾ ਹੈ, ਕਿਉਂਕਿ ਉਹਦੇ ਕੋਲ ਇੱਕ ਨੈਚੁਰਲ ਆਵਾਜ਼ ਸੀ ਔਰ ਇੱਕ ਨੈਚੁਰਲ ਗਲੇ ਦੇ ਵਿੱਚ ਮੁਰਕੀ ਸੀ, ਜਿਹੜੀ ਮੈਂ ਲੱਕੀਲੀ ਅਡਾਪਟ ਕੀਤੀ। ਪਰ ਮੈਂ ਕਦੀ ਵੀ ਮਾਂ ਨਹੀਂ ਬਣ ਸਕਦੀ। ਮੈਂ ਆਪਣੇ ਆਪ ਨੂੰ ਹਮੇਸ਼ਾ ਇਹੀ ਕਹਿੰਦੀ ਹਾਂ, ਮਾਂ ਮਾਂ ਹੀ ਹੁੰਦੀ ਹੈ। ਸੋ ਮੈਂ ਤੇ ਉਹਦੇ ਗੀਤਾਂ ਨੂੰ ਜ਼ਿੰਦਗੀ ਭਰ ख़त्म नहीं होने देंगी। मेरा जिंदगी का यह अकीदा है, ਉਹਦੇ ਗੀਤ ਗਾਉਂਦੀ ਰਵਾਂਗੀ ਜਦੋਂ ਤੱਕ ਜ਼ਿੰਦਾ ਵਾਂ। ਔਰ ਮੇਰੀ ਜ਼ਿੰਦਗੀ ਦਾ ਇਹ ਇੱਕ ਵੱਡਾ ਤੋਹਫਾ ਹੈ ਜਿਹੜਾ ਮੈਨੂੰ ਮਿਲਿਆ ਹੈ ਆਪਣੀ ਮਾਂ ਕੋਲੋਂ। ਇਹ ਆਵਾਜ਼ ਜਾਂ ਇਹ ਉਹ ਸੰਗੀਤ ਜੋ ਉਹਨੇ ਵੀ ਸਿੱਖਿਆ ਤੇ ਜੋ ਮੈਂ ਵੀ ਗੁਰੂਆਂ ਦੇ ਕੋਲ ਬੈਠ ਕੇ ਇਕੱਠੇ ਰਲ ਕੇ ਵੀ ਸਿੱਖਿਆ। ਔਰ ਬੜੇ ਬੜੇ ਵੱਡੇ ਉਸਤਾਦਾਂ ਨੂੰ ਸੁਣਨ ਦਾ ਮੌਕਾ ਮਿਲਿਆ ਮਾਂ ਦੇ ਘਰ ਰਹਿ ਕੇ ਔਰ ਬਾਅਦ ਵਿੱਚ ਵੀ। ਸੋ ਆਈ ਫੀਲ ਆਈ ਐਮ ਬਲੈਸਡ। ਜੀ ਬਿਲਕੁਲ, ਜਿਵੇਂ ਤੁਸੀਂ ਹੁਣੇ ਕਿਹਾ ਕਿ ਤੁਹਾਡਾ ਇਹ ਅਡਾਪਟ ਕਰਨਾ ਬਹੁਤ ਜ਼ਿਆਦਾ ਔਖਾ ਹੁੰਦਾ ਸੀਗਾ ਕਿ ਕਿਸ ਤਰੀਕੇ ਦੇ ਨਾਲ ਉਹਨਾਂ ਦੇ ਗਾਣੇ ਨੂੰ ਗਾਣਾ ਜਾਂ ਉਹਨਾਂ ਦੀ ਆਵਾਜ਼ ਨੂੰ ਕਿਸ ਤਰੀਕੇ ਦੇ ਨਾਲ ਅਡਾਪਟ ਕਰਨਾ। ਉਸੇ ਤਰੀਕੇ ਦੇ ਨਾਲ ਸੁਰਿੰਦਰ ਮੈਮ ਦਾ ਉਹ ਕਿਹੜਾ ਰੂਪ, ਉਹ ਕਿਹੜਾ ਰੰਗ ਤੁਸੀਂ ਅਡਾਪਟ ਕੀਤਾ ਹੈ ਸੰਗੀਤ ਤੋਂ ਇਲਾਵਾ, ਇਹਦੇ ਬਾਰੇ ਵੀ ਅਸੀਂ ਜ਼ਰੂਰ ਜਾਣਨਾ ਚਾਹਾਂਗੇ ਕਿ ਉਹ ਕਿਹੜਾ ਰੰਗ ਹੈ ਜਿਹੜਾ ਤੁਸੀਂ ਆਪਣੇ ਆਪ 'ਚ ਕਾਇਮ ਰੱਖਿਆ ਹੈ ਡੋਲੀ ਮੈਮ। ਮੈਨੂੰ ਇਹ ਦੱਸਣਾ ਨਹੀਂ ਆਉਂਦਾ, ਪਰ ਮੈਨੂੰ ਇੰਨਾ ਹੀ ਪਤਾ ਹੈ ਕਿ ਜਦੋਂ ਮੈਂ ਹੁਣ ਸਟੇਜ 'ਤੇ ਜਾਂਦੀ ਹਾਂ ਅਤੇ ਲੋਕਾਂ ਤੋਂ ਮੈਨੂੰ ਕੰਪਲੀਮੈਂਟ ਇਹੀ ਮਿਲਦਾ ਹੈ ਕਿ ਮੈਂ ਮਾਂ ਦਾ ਹੀ ਰੂਪ ਲੱਗਦੀ ਹਾਂ। ਔਰ ਜਿਸ ਤਰ੍ਹਾਂ ਉਮਰ ਵੱਧਦੀ ਜਾਂਦੀ ਹੈ ਮੇਰੀ ਸ਼ਕਲ ਵੀ ਬਹੁਤੀ ਮਾਂ ਨਾਲ ਮਿਲਣ ਲੱਗ ਗਈ ਹੈ। ਪਹਿਲਾਂ ਮੈਨੂੰ ਲੱਗਦਾ ਮੈਂ ਫਰਕ ਹੁੰਦੀ ਸਾਂ। ਸੋ ਮਾਂ ਤੋਂ ਨੈਚੁਰਲੀ ਜੋ ਤੁਸੀਂ ਅਡਾਪਟ ਕਰਦੇ ਹੋ ਉਹ ਤੁਹਾਨੂੰ ਦੇਖਣ ਵਾਲੇ ਬਹੁਤੇ ਸਮਝ ਸਕਦੇ ਨੇ, ਕਿਉਂਕਿ ਮਾਂ ਦਾ ਇੱਕ ਖਾਸ ਸਟਾਈਲ ਸੀ, ਇੱਕ ਉਹਦਾ ਪਹਿਰਾਵਾ ਖਾਸ ਸਟਾਈਲ ਦਾ ਸੀ, ਪੰਜਾਬੀ ਅੰਗ ਔਰ ਪੰਜਾਬੀ ਉੱਠਣਾ ਬੈਠਣਾ ਖਾਣਾ ਪੀਣਾ ਸਾਰਾ ਕੁਝ ਮਤਲਬ ਅਚਨਚੇਤ ਇਹ ਤੁਸੀਂ ਫੋਲੋ ਕਰਦੇ ਹੋ। ਇਹ ਤੁਹਾਨੂੰ ਕਹਿਣ ਦੀ ਲੋੜ ਨਹੀਂ ਹੁੰਦੀ ਕਿ ਮੈਂ ਉਹਨੂੰ ਕਾਪੀ ਕਰ ਰਹੀ ਹਾਂ, ਇਸ ਤਰ੍ਹਾਂ ਦੀ ਲੋੜ ਨਹੀਂ ਪੈਂਦੀ, ਇਹ ਨੈਚੁਰਲੀ ਆਉਂਦਾ। ਜੀ ਜੀ। ਅਤੇ ਸੁਨੈਣੀ ਮੈਮ ਤੁਹਾਡੇ ਤੋਂ ਜ਼ਰੂਰ ਪੁੱਛਾਂਗੀ ਕਿ ਤੁਸੀਂ ਜਿਵੇਂ ਮੈਮ ਦਾ ਸਾਨੂੰ ਹੁਣੇ ਮੈਮ ਨੇ ਦੱਸਿਆ ਕਿ ਉਹਨਾਂ ਦੀ ਬਹੁਤ ਬੌਂਡਿੰਗ ਬਹੁਤ ਅੱਛੀ ਸੀਗੀ ਆਪਣੇ ਮਦਰ ਦੇ ਨਾਲ, ਤੁਹਾਡੀ ਕਿਸ ਤਰ੍ਹਾਂ ਦੀ ਬੌਂਡਿੰਗ ਮੈਮ ਦੇ ਨਾਲ ਰਹੀ ਹੈ ਗਾਉਂਦੇ ਹੋਏ ਵੀ ਜਾਂ ਘਰ 'ਚ ਵੀ, ਇਸ ਦੇ ਬਾਰੇ ਵੀ ਜ਼ਰੂਰ ਚਾਹਾਂ। ਮੰਮਾ ਮੈਨੂੰ ਲੱਗਦਾ ਹੈ ਮੇਰੀ ਮਾਂ ਨਹੀਂ ਮੇਰੀ ਸਹੇਲੀ ਹੈ। ਸੋ ਬਿਲਕੁਲ ਮੈਮ, ਇਹ ਸੀਰੀਅਸਲੀ ਬਹੁਤ ਇਮੋਸ਼ਨਲ ਆਪਣੇ ਰਿਸ਼ਤਾ ਆਪ ਹੈ। ਨੂੰ ਬੜੀ ਲੱਕੀ ਫੀਲ ਕਰਨੀ ਆ ਮੈਂ ਕਿ ਮੈਂ ਵੀ ਆਪਣੀ ਮਾਂ ਦੇ ਨਾਲ ਬਹੁਤ ਕਲੋਜ਼ ਸਾਂ, ਦਿਲ ਦੀਆਂ ਗੱਲਾਂ ਸਾਰੀਆਂ ਸਾਂਝੀਆਂ ਕਰੀਦੀਆਂ ਸਨ। ਔਰ ਨੈਣੀ, ਕਿਉਂਕਿ ਸੁਨੈਣੀ ਮੇਰੀ ਵੱਡੀ ਬੇਟੀ ਹੈ ਅਤੇ ਨੈਚੁਰਲੀ ਮਾਂ ਨੂੰ ਇੱਕ ਸਹਾਰਾ ਚਾਹੀਦਾ ਹੁੰਦਾ, ਔਰ ਉਹ ਬੇਟੀ ਜਦੋਂ ਮਿਲ ਜਾਏ ਜਿਹੜੀ ਇੰਨੀ ਕਲੋਜ਼ ਹੋਵੇ ਔਰ ਇੱਕ ਦੂਸਰੇ ਨੂੰ ਪਿਆਰ ਕਰਨਾ ਨੈਚੁਰਲੀ ਆਉਂਦਾ, ਕਿਉਂਕਿ ਇੱਕ ਮਾਂ ਬੇਟੀ ਦਾ ਇੱਕ ਅੰਬੈਲੀਕਲ ਕਾਰਡ ਦਾ ਰਿਸ਼ਤਾ ਤੇ ਹੁੰਦਾ ਹੀ ਹੈ। ਬਟ ਹਰ ਹਰਕਤ ਹਰ ਗੱਲਬਾਤ ਇੱਕ ਦੂਸਰੇ ਦੀ ਚੰਗੀ ਲੱਗਣਾ, ਇਹ ਜੋ ਮੈਂ ਨੈਨੂ ਦੇ ਨਾਲ ਸ਼ੇਅਰ ਕੀਤਾ, ਬੜੇ ਦੁੱਖ ਸੁੱਖ ਸਾਂਝੇ ਕੀਤੇ ਨੇ। ਤੋ ਇਹ ਸਾਡੀ ਦੋਸਤੀ ਜਿਹੜੀ ਹੈ ਮਾਵਾਂ ਤੇ ਧੀਆਂ ਦੀ ਦੋਸਤੀ ਕੋਈ ਟੁੱਟਦੀ ਹੈ ਕਹਿਰਾਂ ਦੇ ਨਾਲ। ਬਿਲਕੁਲ ਬਿਲਕੁਲ ਮੈਮ। ਔਰ ਮੈਮ ਜਿਵੇਂ ਕਿ ਸੁਰਿੰਦਰ ਮੈਮ ਦੇ ਨਾਲ ਤੁਹਾਡਾ ਜਿਹੜਾ ਬੌਂਡ ਸੀਗਾ ਤੁਸੀਂ ਸਾਡੇ ਨਾਲ ਉਸ ਦੇ ਬਾਰੇ ਸ਼ੇਅਰ ਕੀਤਾ, ਸੁਨੈਣੀ ਮੈਮ ਦਾ ਤੁਹਾਡੇ ਨਾਲ ਜਿਸ ਤਰ੍ਹਾਂ ਬੌਂਡ ਸੀਗਾ ਉਹ ਸ਼ੇਅਰ ਕੀਤਾ, ਪਰ ਟੋਕਾ ਟਾਕੀ ਜਿਹੜੀ ਧੀਆਂ ਦੀ ਹੁੰਦੀ ਹੈ ਮੈਂ ਉਹਦੇ ਟੋਕਾ ਟਾਕੀ ਬਿਲਕੁਲ ਚੱਲਦੀ ਹੈ ਹਾਲੇ ਵੀ, ਕਿਉਂਕਿ ਹੁਣ ਸੁਨੈਣੀ ਵਿਆਹੀ ਗਈ ਹੈ, ਇਹ ਆਪਣੇ ਘਰ-ਬਾਰ ਵਾਲੀ ਹੋ ਗਈ ਹੈ। ਜਦੋਂ ਇਹ ਮੇਰੇ ਕੋਲ ਆਉਂਦੀ ਹੈ ਮੈਂ ਹਾਲੇ ਵੀ ਇਸ ਤਰ੍ਹਾਂ ਮੈਨੂੰ ਲੱਗਦਾ ਕਿ ਇਹ ਮੇਰੀ ਛੋਟੀ ਬੇਟੀ ਹੈ। ਮੈਂ ਇਹਨੂੰ ਹਾਲੇ ਵੀ ਉਸ ਤਰ੍ਹਾਂ ਹੀ ਇਹਨੂੰ ਕਹਿੰਦੀ ਹਾਂ ਕਿ ਨਹੀਂ ਇਹ ਮੈਂ ਇਸ ਤਰ੍ਹਾਂ ਕਰਨੀ ਹੈ, ਇੰਝ ਹੀ ਹੋਣਾ ਚਾਹੀਦਾ। ਅਤੇ ਇਹ ਕਈ ਵਾਰੀ ਮੈਨੂੰ ਕਹਿੰਦੀ ਹੈ, ਮਾਮਾ ਤੁਹਾਡੇ ਘਰ ਮੈਂ ਆਈ ਹਾਂ,
ਹੁਣ ਮੈਨੂੰ ਆਪਣੇ ਤਰੀਕੇ ਦੇ ਨਾਲ ਕਰਨ ਦਿਓ ਨਾ, ਤੁਸੀਂ ਆਪਣਾ ਤਰੀਕਾ ਹੀ ਇੰਨੇ ਸਾਲਾਂ ਦਾ ਸਾਡੇ ਤੇ ਥੋਪੀ ਜਾਂਦੇ ਹੋ। ਸੋ ਟੋਕਾ ਟਾਕੀ ਇੱਥੇ ਹੋ ਜਾਂਦੀ ਹੈ, ਔਰ ਕਈ ਵਾਰੀ ਰਾਜ਼ੀ ਖੁਸ਼ੀ ਵੀ ਹੋ ਗੁੱਸੇ ਵੀ ਹੋ ਜਾਈਦਾ, ਗੁੱਸੇ ਰਾਜ਼ੀ ਵੀ ਹੋ ਜਾਈਦਾ ਜੀ। ਔਰ ਫਿਰ ਇਹ ਹੁੰਦਾ ਕਿ ਫਿਰ ਅਸੀਂ 2 ਦਿਨ ਬੋਲਦੀਆਂ ਨਹੀਂ। ਫਿਰ ਟੈਲੀਫੋਨ ਦੇ ਉੱਤੇ ਸੁਲਾਹ ਵੀ ਹੋ ਜਾਂਦੀ ਹੈ ਕਿ ਇਹ ਜਿਹੜੀ ਇਹ ਗੱਲ ਹੈਗੀ ਹੈ, ਇਹ ਜ਼ਿਆਦਾਤਰ ਅਸੀਂ ਹਸਬੈਂਡ ਵਾਈਫ ਜਾਂ ਬ੍ਰਦਰ ਸਿਸਟਰ 'ਚ ਦੇਖੀ ਜਾਂਦੀ ਹੈ। ਮਾਂ ਧੀ ਦੇ ਵਿੱਚੋਂ ਇਹ ਜ਼ਰੂਰ ਪੁੱਛਾਂਗੀ ਕਿ ਪਹਿਲਾਂ ਕੌਣ ਮਨਾਉਂਦਾ ਹੈ। ਉਹ ਫਿਰ ਅਸੀਂ ਇੱਕ ਦੂਜੇ ਨੂੰ ਗੀਤ ਭੇਜਦੇ ਆ, ਕੋਈ ਨਾ ਕੋਈ ਗੀਤ, ਮੈਂ ਕੋਈ ਗੀਤ ਸੁਣਿਆ ਹੁੰਦਾ ਹੈ ਜਿਹੜਾ ਮੈਨੂੰ ਪਸੰਦ ਆਇਆ ਹੁੰਦਾ, ਉਹ ਫਿਰ ਮੈਂ ਮੰਮਾ ਨਾਲ ਸ਼ੇਅਰ ਕਰਨੀ ਆ, ਜਾਂ ਮੰਮਾ ਮੈਨੂੰ ਕੋਈ ਵੀਡੀਓ, ਕੋਈ YouTube ਤੇ ਕੋਈ ਵੀਡੀਓ ਚੰਗਾ ਵੇਖਿਆ ਹੋਏ ਉਹ ਸ਼ੇਅਰ ਕਰਨਗੇ, ਤੇ ਜਾਂ ਕੋਈ ਇਹੋ ਜਿਹਾ ਰਿਮਾਰਕ ਪਾਸ ਕਰ ਦਿਓ WhatsApp ਦੇ ਉੱਤੇ ਜਿਹਦੇ ਨਾਲ ਹਾਸਾ ਆ ਜਾਏ ਤੇ ਗੁੱਸਾ ਠੰਡਾ ਹੋ ਜਾਏ। ਇਸ ਤਰ੍ਹਾਂ ਵੀ ਹੁੰਦਾ ਕਈ ਵਾਰੀ। ਤੇ ਬਿਲਕੁਲ ਇਹ ਜਿਹੜਾ ਰਿਸ਼ਤਾ ਹੈਗਾ ਇਹ ਇਸ ਤਰ੍ਹਾਂ ਹੀ ਕਾਇਮ ਰਹਿਣਾ ਚਾਹੀਦਾ। ਸੋ ਇੱਕ ਮੈਂ ਹੋਰ ਤੁਹਾਡੇ ਕੋਲੋਂ ਜਾਣਕਾਰੀ ਲੈਣਾ ਚਾਹਾਂਗੀ ਮੈਮ, ਆਡੀਓ ਬੁੱਕ ਦੇ ਬਾਰੇ, ਇਹਦੇ ਬਾਰੇ ਜ਼ਰੂਰ ਸਾਨੂੰ ਸਾਰਿਆਂ ਨੂੰ ਦੱਸੋ। ਮੈਂ ਐਕਚੁਅਲੀ 2013 ਦੇ ਵਿੱਚ ਕਿਤਾਬ ਪਬਲਿਸ਼ ਹੋਈ ਸੀ, ਯੂਨੀਸਟਾਰ ਵਾਲਿਆਂ ਨੇ ਪਬਲਿਸ਼ ਕੀਤੀ ਸੀ ਪੰਜਾਬੀ ਦੇ ਵਿੱਚ। ਤੇ ਜਦੋਂ ਕਿਤਾਬ ਲਾਂਚ ਕੀਤੀ ਤੇ ਕਈ ਦੋਸਤ ਮਿੱਤਰਾਂ ਨੇ ਕਿਹਾ ਕਿ ਅਸੀਂ ਪੰਜਾਬੀ ਪੜ੍ਹ ਨਹੀਂ ਸਕਦੇ, ਤੇ ਬੋਲਦੇ ਹਾਂ ਘਰ ਦੇ ਵਿੱਚ, ਸਾਡੇ ਘਰ ਪੰਜਾਬੀ ਚੱਲਦੀ ਹੈ, ਪਰ ਪੜ੍ਹਨੀ ਲਿਖਣੀ ਅਸੀਂ ਨਹੀਂ ਸਿੱਖੇ। ਤੇ ਇਹ ਬੜਾ ਮੇਰੇ ਦਿਲ ਤੇ ਬੜਾ ਇਹਦਾ ਅਸਰ ਹੋਇਆ ਕਿ ਜੇ ਮੇਰੀ ਕਹਾਣੀ ਕੋਈ ਪੜ੍ਹ ਹੀ ਨਹੀਂ ਸਕਦਾ ਤੇ ਫਿਰ ਉਸ ਕਿਤਾਬ ਦਾ ਫਾਇਦਾ ਕੀ। ਤੇ ਸੁਨੈਣੀ ਨੇ ਮੈਨੂੰ ਸੁਜੈਸਟ ਕੀਤਾ ਕਿ ਮਾਮਾ ਇਹਨੂੰ ਜੇ ਤੁਸੀਂ ਆਡੀਓ ਬੁੱਕ ਦੇ ਫਾਰਮ ਦੇ ਵਿੱਚ ਕਰੋ। ਤੇ ਸਾਰੀ ਕਿਤਾਬ ਪੜ੍ਹਨਾ ਮੈਨੂੰ ਬੜਾ ਔਖਾ ਲੱਗਦਾ ਸੀ ਕਿ ਮੈਂ ਸਾਰੀ ਕਿਤਾਬ ਲਿਖੀ ਹੋਈ, ਪਹਿਲਾਂ ਤੇ ਮੈਂ ਇੰਨੇ ਸਾਲ ਲਾ ਕੇ ਕਿਤਾਬ ਲਿਖੀ ਹੈ, ਹੁਣ ਮੈਂ ਇਹਨੂੰ ਪੜ੍ਹਾਂ ਸਾਰੇ। ਐਨੀਵੇ ਮੇਰਾ ਵੱਡਾ ਬੇਟਾ ਦਿਲਪ੍ਰੀਤ, ਜੋ ਕੰਪਿਊਟਰ ਦਾ ਐਕਸਪਰਟ ਹੈ, ਉਹ ਆਇਆ ਹੋਇਆ ਸੀ ਘਰ, ਤੇ ਉਹਨੇ ਕਿਹਾ ਮਾਮਾ ਤੁਸੀਂ ਬੋਲੋ, ਮੈਂ ਸੁਣਨਾ ਕਿ ਤੁਸੀਂ ਕਿਸ ਤਰ੍ਹਾਂ ਇਹਨੂੰ ਨਰੇਟ ਕਰੋਗੇ। ਮੈਂ ਕਿਹਾ ਮੈਂ ਤੇ ਇਸ ਤਰ੍ਹਾਂ ਹੀ ਨਰੇਟ ਕਰਾਂਗੀ ਜਿਸ ਤਰ੍ਹਾਂ ਮੈਂ ਅੱਜ ਤੁਹਾਡੇ ਨਾਲ ਗੱਲਾਂ ਕਰ ਰਹੀ ਹਾਂ, ਉਸੇ ਤਰ੍ਹਾਂ ਗੱਲਾਂ ਕਰ ਸਕਦੀ ਹਾਂ ਮੈਂ। ਤੇ ਕਿਤਾਬ ਰੱਖ ਕੇ ਉਹਨੂੰ ਪੜ੍ਹਨਾ ਥੋੜ੍ਹਾ ਜਿਹਾ ਫਰਕ ਹੁੰਦਾ ਹੈ, ਤੇ ਬੋਲਣਾ ਇੰਝ ਗੱਲਾਂ ਕਰਨੀਆਂ ਥੋੜ੍ਹਾ ਫਰਕ ਹੁੰਦਾ। ਕਹਿੰਦਾ ਚਲੋ ਅਸੀਂ ਟਰਾਇਲ ਕਰਨੇ ਆ। ਟਰਾਇਲ ਕੀਤਾ ਤੇ ਉਹ ਕਹਿਣ ਲੱਗਾ ਮੈਨੂੰ ਤਾਂ ਲੱਗਿਆ ਹੀ ਨਹੀਂ ਕਿ ਤੁਸੀਂ ਕਿਤਾਬ ਪੜ੍ਹ ਰਹੇ ਹੋ, ਇੰਝ ਹੀ ਲੱਗ ਰਿਹਾ ਕਿ ਤੁਸੀਂ ਮੈਨੂੰ ਕਹਾਣੀ ਸੁਣਾ ਰਹੇ ਹੋ। ਮੈਨੂੰ ਫਿਰ ਉਹ ਇਨਕਰੇਜਮੈਂਟ ਮਿਲ ਗਈ ਔਰ ਮੈਂ ਸਾਰੀ ਕਿਤਾਬ ਪੜ੍ਹ ਕੇ ਤੇ ਉਹਨੂੰ ਦੇ ਦਿੱਤੀ। ਉਹਨੇ ਸਾਰਾ ਕੰਪਿਊਟਰ ਦੇ ਵਿੱਚ ਉਹਨੂੰ ਕਰਕੇ ਜੋ ਵੀ ਕੁਝ ਲੰਬਾ ਚੌੜਾ ਡਿਜੀਟਲਾਈਜ਼ ਕਰਨਾ ਹੁੰਦਾ ਹੈ, ਸਾਰਾ ਪ੍ਰੋਸੈਸ ਉਹਨੇ ਅਸੀਂ ਪਲਾਨ ਕੀਤਾ ਕਿ ਮਾਂ ਦੇ ਜਨਮ ਦਿਨ ਵਾਲੇ ਦਿਨ ਇਹ ਆਡੀਓ ਬੁੱਕ ਅਸੀਂ ਸਾਰੇ ਦੋਸਤ ਮਿੱਤਰਾਂ ਦੇ ਸਾਹਮਣੇ ਪੇਸ਼ ਕਰਾਂਗੇ, ਤਾਂ ਕਿ ਜਿਹੜੇ ਪੰਜਾਬੀ ਨਹੀਂ ਪੜ੍ਹ ਸਕਦੇ ਉਹਨਾਂ ਨੂੰ ਵੀ ਸਾਡੀ ਕਹਾਣੀ ਪਤਾ ਲੱਗੇ। ਮਾਂ ਦੀਆਂ ਉਹ ਮਿੱਠੀਆਂ ਮਿੱਠੀਆਂ ਗੱਲਾਂ, ਮਾਂ ਦੀਆਂ ਉਹ ਸ਼ਰਾਰਤਾਂ, ਮਾਂ ਦੀ ਉਹ ਮਹਿਮਾਨ ਨਵਾਜ਼ੀ, ਮਾਮਾ ਦੇ ਵੱਖਰੇ ਵੱਖਰੇ ਸ਼ੌਕ, ਉਹ ਸਾਰਿਆਂ ਨੂੰ ਪਤਾ ਲੱਗਣ। ਕਿਉਂਕਿ ਸਾਰੇ ਲੋਕ ਮਾਂ ਨੂੰ ਇੱਕ ਸੁਰਿੰਦਰ ਕੌਰ ਦ ਗ੍ਰੇਟ ਸਿੰਗਰ ਕਰਕੇ ਹੀ ਜਾਣਦੇ ਨੇ। ਜਿਹੜੇ ਬਹੁਤ ਕਲੋਜ਼ਲੀ ਜਾਣਦੇ ਸਨ ਉਹੀ ਜਾਣਦੇ ਸਨ ਕਿ ਮਾਂ ਦੀ ਨੇਚਰ ਕੀ ਸੀ। ਤੇ ਨਿੱਕੀਆਂ ਨਿੱਕੀਆਂ ਗੱਲਾਂ ਜਿਹੜੀਆਂ ਇੱਕ ਐਸੀ ਸਟਾਲਵਰਟ ਦੀਆਂ ਹੁੰਦੀਆਂ ਨੇ, ਕੋਈ ਜਾਣਦਾ ਨਹੀਂ। ਸੋ ਇਸ ਕਿਤਾਬ ਦੇ ਜ਼ਰੀਏ ਮੈਨੂੰ ਉਮੀਦ ਹੈ ਕਿ ਸਾਰੇ ਪਾਠਕਾਂ ਨੂੰ ਇਹ ਕਿਤਾਬ ਪਸੰਦ ਆਵੇਗੀ। ਜੀ, ਜਿਵੇਂ ਇਸ ਦਾ ਜਿਹੜਾ ਆਈਡੀਆ ਹੈਗਾ ਆਡੀਓ ਬੁੱਕ ਦਾ, ਉਹ ਸੁਨੈਣੀ ਮੈਮ ਨੇ ਇਹ ਆਈਡੀਆ ਦਿੱਤਾ, ਪਰ ਇਸ ਦਾ ਜਿਹੜਾ ਨਾਮ ਹੈ ਉਸ ਦੇ ਪਿੱਛੇ ਕੀ ਰਿਹਾ? ਇਹਦਾ ਨਾਮ ਅਸਲ ਦੇ ਵਿੱਚ ਮੈਂ ਕਿਉਂਕਿ ਹਰ ਵੇਲੇ ਯਾਦਾਂ ਦੀ ਗੱਲ ਕਰਦੀ ਸਾਂ ਕਿ ਇਹ ਸਾਰੀਆਂ ਯਾਦਾਂ ਮੇਰੇ ਜ਼ਿੰਦਗੀ ਦੀਆਂ ਯਾਦਾਂ ਨੇ। ਮਾਂ ਚਲੀ ਗਈ ਸੀ 2006 'ਚ ਅਮਰੀਕਾ ਤੇ ਮੁੜ ਵਾਪਸ ਹੀ ਨਹੀਂ ਆਈ, ਤੇ ਮੈਂ ਬਹੁਤ ਉਦਾਸ ਸਾਂ ਕਿਉਂਕਿ ਮੈਂ ਉਹਦਾ ਲਾਸਟ ਰਾਈਟਸ ਨਹੀਂ ਦੇਖੇ। ਮਾਮਾ ਉੱਥੇ ਹੀ ਸਨ, ਉੱਥੇ ਹੀ ਫਿਊਨਰਲ ਹੋ ਗਿਆ, ਮੈਂ ਅਮਰੀਕਾ ਵੀ ਨਹੀਂ ਸੀ ਜਾ ਸਕੀ। ਤੇ ਮੇਰੇ ਦਿਲ ਦੇ ਵਿੱਚ ਐ ਸੀ ਕਿ ਮੈਂ ਤੇ ਉਹਨੂੰ ਜਿਉਂਦੀ ਨੂੰ ਇੱਥੋਂ ਭੇਜਿਆ ਤੇ ਉਹ ਹਾਲੇ ਕਿਸੇ ਦਿਨ ਵਾਪਸ ਆ ਜਾਏਗੀ, ਪਰ ਜਦੋਂ ਉਹ ਨਹੀਂ ਆਈ ਤੇ ਮੈਂ ਬਹੁਤ ਉਦਾਸ ਹੋ ਗਈ। ਮੈਂ ਰੋਂਦੀ ਸਾਂ ਔਰ ਮੈਂ ਕਰਨਲ ਸਾਹਿਬ ਨੂੰ ਰੋਜ਼ ਕੋਈ ਨਾ ਕੋਈ ਗੱਲ ਸੁਣਾਉਂਦੀ ਸਾਂ ਬਚਪਨ ਦੀ, ਫਲਾਣੀ ਗੱਲ, ਅੱਜ ਇਹ ਹੋਇਆ, ਅੱਜ ਇਸ ਤਰ੍ਹਾਂ ਮਾਮਾ ਨੇ ਕਿਹਾ ਅੱਜ। ਉਹ ਕਹਿਣ ਲੱਗੇ ਜੇ ਤੂੰ ਇਹ ਸਾਰੀਆਂ ਗੱਲਾਂ ਮੈਨੂੰ ਹੀ ਸੁਣਾਉਂਦੀ ਰਹਿੰਦੀ ਹੈ, ਮੇਰਾ ਜੋ ਸਿਰ ਖਾਂਦੀ ਰਹਿੰਦੀ ਹੈ, ਤੂੰ ਇਹਨੂੰ ਲਿਖ ਦੇ, ਕਿਤਾਬ ਬਣਾ ਦੇ, ਇਹਨੂੰ ਡਾਇਰੀ ਲਿਖ ਆਪਣੀ। ਉਹ ਡਾਇਰੀ ਦੇ ਫਾਰਮ ਦੇ ਵਿੱਚ ਬਣਨੀਆਂ ਸ਼ੁਰੂ ਹੋਈਆਂ ਔਰ ਉਹ ਇੱਕ ਕਿਤਾਬ ਦੀ ਫਾਰਮ ਆ ਗਈ। ਉਹ ਕਿਤਾਬ ਦੀ ਫਾਰਮ ਆਉਣ ਦੇ ਨਾਲ ਇਹ ਹੋਇਆ ਕਿ ਮੇਰੇ ਜਜ਼ਬਾਤ ਜਿਹੜੇ ਸਨ ਉਹ ਸਾਰੇ ਯਾਦਾਂ ਸਨ, ਸਾਰੀਆਂ ਯਾਦਾਂ ਸਨ ਮੇਰੀ ਜ਼ਿੰਦਗੀ ਦੀਆਂ। ਤੇ ਮੈਂ ਉਹਦਾ ਨਾਂ ਰੱਖਿਆ ਸੀ ਯਾਦਾਂ ਦੀ ਚੰਗੇਰ।
ਤੇ ਮੈਂ ਇਹ ਉਸ ਵੇਲੇ ਮੈਂ ਆਰਟ ਕਾਉਂਸਲ ਦੇ ਵਿੱਚ ਐਗਜ਼ੀਕਿਊਟਿਵ ਦੀ ਮੈਂਬਰ ਸਾਂ ਤੇ ਮੈਂ ਗੁਲਜ਼ਾਰ ਸੰਧੂ ਅੰਕਲ ਨੂੰ ਮਿਲਣ ਦਾ ਮੌਕਾ ਮਿਲਿਆ, ਜਿਹੜੇ ਬੜੇ ਫੇਮਸ ਸਾਹਿਤਕਾਰ ਨੇ। ਮੈਂ ਉਹਨਾਂ ਨੂੰ ਕਿਹਾ, ਅੰਕਲ ਮੈਂ ਕਿਤਾਬ ਲਿਖੀ ਹੈ ਯਾਦਾਂ ਦੀ ਚੰਗੇਰ। ਕਹਿਣ ਲੱਗੇ ਅੱਛਾ ਮੈਂ ਦੇਖਣਾ। ਉਹਨਾਂ ਨੇ ਕਿਤਾਬ ਦੇ ਪੰਨੇ ਪੜ੍ਹੇ ਤੇ ਕਹਿਣ ਲੱਗੇ ਇਹ ਤੇ ਸੁਰਿੰਦਰ ਦੀਆਂ ਯਾਦਾਂ ਨੇ, ਤੇਰੀਆਂ ਯਾਦਾਂ ਤੋਂ ਵੱਧ ਸਾਨੂੰ ਸੁਰਿੰਦਰ ਦੀਆਂ ਯਾਦਾਂ ਮਿਲੀਆਂ ਨੇ। ਤੇ ਇਹ ਤੇ ਇੱਕ ਵਗਦਾ ਦਰਿਆ ਹੈ ਜਿਹੜਾ ਕਦੀ ਖਤਮ ਨਹੀਂ ਹੁੰਦਾ। ਉਹਦਾ ਸੰਗੀਤ ਤੇ ਸਾਡੇ ਵਾਸਤੇ ਇੱਕ ਵਗਦਾ ਦਰਿਆ ਹੈ। ਤੇ ਉਸ ਦਿਨ ਅਸੀਂ ਇਹ ਸੋਚਿਆ ਕਿ ਇਸ ਕਿਤਾਬ ਦਾ ਨਾਂ ਵਗਦੇ ਸੰਗੀਤ, ਪਾਣੀਆਂ ਦਾ ਸੰਗੀਤ ਪਾ ਦੇਣਾ ਹੈ। ਇਹ ਉਹ ਪਾਣੀਆਂ ਦਾ ਸੰਗੀਤ ਹੈ ਜਿਹੜਾ ਸਦਾ ਵਗਦਾ ਹੀ ਰਹੇ। ਬਿਲਕੁਲ ਮੈਮ, ਇਹ ਖੂਬਸੂਰਤ ਜਿਹੜੀ ਇਹ ਕਿਤਾਬ ਹੈ, ਜਦੋਂ ਮੈਂ ਇਸ ਦੀਆਂ 4 ਲਾਈਨਾਂ ਹੀ ਇਹਦੀਆਂ ਸੁਣੀਆਂ ਪੜ੍ਹੀਆਂ ਤਾਂ ਮੈਂ ਆਪਣੇ ਆਪ ਨੂੰ ਨਹੀਂ ਰੋਕ ਪਾਈ ਔਰ ਮੈਂ ਬਹੁਤ ਜ਼ਿਆਦਾ। ਮੇਰੀ ਸੱਚੀ ਤੇ ਸੁੱਚੀ ਕਹਾਣੀ ਹੈ ਬੱਚੇ, ਮੇਰੀ ਆਪ ਬੀਤੀ ਹੈ, ਮੇਰੀ ਸੱਚੀ ਸੁੱਚੀ ਕਹਾਣੀ ਹੈ। ਇਹਦੇ ਵਿੱਚ ਕੋਈ ਵੱਲ ਫਰੇਬ ਨਹੀਂ। ਜੋ ਮੇਰੀ ਜ਼ਿੰਦਗੀ ਨਾਲ ਵਾਪਰਿਆ ਹੈ, ਮੇਰੀ ਪਰਵਰਿਸ਼, ਮੇਰਾ ਵੱਡਾ ਹੋਣਾ, ਮਾਪਿਓ ਦੇ ਘਰ, ਪੂਰੀ ਜ਼ਿੰਦਗੀ ਦੀ ਕਹਾਣੀ ਹੈ। ਤੁਸੀਂ ਸੁਣੋ। ਜੀ ਬਿਲਕੁਲ। ਔਰ ਮੈਮ 91 ਸਾਲ ਜਿਹੜੇ ਨੇ ਅੱਜ, 91ਵਾਂ ਜਨਮ ਦਿਨ ਅਸੀਂ ਸੈਲੀਬ੍ਰੇਟ ਕਰ ਰਹੇ ਹਾਂ। ਅੱਜ ਦੇ ਦਿਨ ਨੂੰ ਕਿਸ ਤਰੀਕੇ ਦੇ ਨਾਲ ਤੁਸੀਂ ਸੈਲੀਬ੍ਰੇਟ ਕਰਦੇ ਹੋ? ਮੇਰਾ ਤੇ ਜੀ ਕਰਦਾ ਹੈ ਕਿ ਇਹ ਦਿਨ ਅਸੀਂ ਸਾਰੇ ਹਮੇਸ਼ਾ ਰਲ ਕੇ ਸੈਲੀਬ੍ਰੇਟ ਕਰੀਏ। ਮੇਰੀ ਕੋਸ਼ਿਸ਼ ਹੁੰਦੀ ਹੈ ਮਾਂ ਦਾ ਹਰ ਜਨਮ ਦਿਨ ਅਸੀਂ ਸਾਰੇ ਰਲ ਕੇ ਕਿਸੇ ਨਾ ਕਿਸੇ ਤਰ੍ਹਾਂ, ਕਦੀ ਕੋਈ ਮਾਮਾ ਦੇ ਨਾਂ ਦਾ ਕੋਈ ਵੱਡਾ ਫੰਕਸ਼ਨ ਕਰੀਦਾ ਹੈ, ਲੋਕ ਗੀਤਾਂ ਦੀ ਗੱਲ ਕਰੀਦੀ ਹੈ, ਕੁਝ ਬੱਚੇ ਜਿਹੜੇ ਗੀਤ ਗਾਉਣੇ ਚਾਹੁੰਦੇ ਨੇ ਔਰ ਇਸ ਪ੍ਰੋਫੈਸ਼ਨ ਵਿੱਚ ਆਉਣਾ ਚਾਹੁੰਦੇ ਨੇ, ਮੈਂ ਉਹਨਾਂ ਨੂੰ ਇਨਵਾਈਟ ਕਰਕੇ ਬੁਲਾਉਂਦੀ ਹਾਂ। ਉਹ ਵੀ ਆਪਣੇ ਗੀਤ ਗਾਣ, ਮਾਮਾ ਦੇ ਗੀਤ ਗਾਣ, ਤਾਂ ਕਿ ਅਸੀਂ ਆਪਣੀ ਅਗਲੀ ਪੀੜ੍ਹੀ ਨੂੰ ਇਹ ਜਿਹੜਾ ਵਿਰਸਾ ਹੈ ਸਾਡਾ ਸੌਂਪੀਏ ਤੇ ਆਪਣੀ ਵਿਰਸੇ ਨੂੰ ਅੱਗੇ ਚਲਾਈਏ ਔਰ ਕਦੀ ਭੁੱਲੀਏ ਨਾ ਸਾਡੇ ਲੋਕ ਗੀਤ ਕਿੰਨੇ ਖੂਬਸੂਰਤ ਨੇ ਔਰ ਮਾਂ ਦੀ ਯਾਦ ਬਣੀ ਰਹੇ। ਹਰ ਸਾਲ ਮੈਂ ਕੁਛ ਨਾ ਕੁਛ ਇਵੈਂਟ ਕਰਦੀ ਰਹਿੰਦੀ ਹਾਂ। ਜੀ ਬਿਲਕੁਲ ਬਿਲਕੁਲ। ਔਰ ਬਹੁਤ ਖੂਬਸੂਰਤ ਇਸ ਦਿਨ ਨੂੰ ਹੋਰ ਬਣਾਇਆ ਜਾਂਦਾ। ਇਹ ਆਪਣੇ ਆਪ 'ਚ ਇੱਕ ਖੂਬਸੂਰਤ ਦਿਨ ਹੈ ਅਤੇ ਇਹਨੂੰ ਹੋਰ ਖੂਬਸੂਰਤ ਬਣਾ ਦਿੱਤਾ ਜਾਂਦਾ। ਸੁਨੈਨੀ ਮੈਮ, ਅਗਰ ਤੁਹਾਡੀ ਗੱਲ ਕਰੀਏ ਅਗਰ ਡੋਲੀ ਮੈਮ ਦੇ ਨਾਲ, ਘਰ ਤੋਂ ਕਿੰਨੀ ਦੂਰ ਤੋਂ ਤੁਹਾਨੂੰ ਆਉਣਾ ਪੈਂਦਾ? ਕਿ ਇੱਦਾਂ ਵੀ ਹੁੰਦਾ ਹੈ ਕਿ ਘਰ 'ਚ ਅਗਰ ਡੋਲੀ ਮੈਮ ਦਾ ਦਿਲ ਨਹੀਂ ਲੱਗ ਰਿਹਾ ਤਾਂ ਤੁਹਾਨੂੰ ਫੋਨ ਕਰ ਦਿੱਤਾ ਜਾਂਦਾ ਕਿ ਫਟਾਫਟ ਆ ਜਾ, ਮੇਰਾ ਦਿਲ ਨਹੀਂ ਲੱਗ ਰਿਹਾ ਅੱਜ, ਇੱਦਾਂ ਵੀ ਹੁੰਦਾ? ਬਿਲਕੁਲ ਬਿਲਕੁਲ, ਇਸ ਤਰ੍ਹਾਂ ਦਾ ਹੀ ਮਾਹੌਲ ਹੈਗਾ ਹੈ। ਤੇ ਮੈਂ ਅਸੀਂ ਇੱਕੋ ਸ਼ਹਿਰ ਦੇ ਵਿੱਚ ਰਹਿੰਦੇ ਹਾਂ ਤੇ ਅਸੀਂ ਗੁਆਂਢ 'ਚ ਹੀ ਹੈਗੇ ਹਾਂ। ਤੇ ਇੱਕ ਨਾਨੀ ਕਹਿੰਦੇ ਹੁੰਦੇ ਸੀ ਕਿ ਕੋਈ ਜਦੋਂ ਗੁਆਂਢੀ ਹੋਏ ਤੇ ਉੱਥੇ ਕੌਲੀ ਲਾਈ ਹੋਈ ਹੈ। ਕੌਲੀ ਲਾਈ ਮਤਲਬ ਕਿ ਜੇ ਉੱਥੇ ਕੋਈ ਖਾਸ ਚੀਜ਼ ਬਣਦੀ ਹੈ ਤੇ ਇੱਥੇ ਆ ਰਹੀ ਹੈ, ਤੇ ਇੱਥੇ ਕੋਈ ਖਾਸ ਚੀਜ਼ ਬਣਦੀ ਹੈ ਤੇ ਉੱਥੇ ਜਾ ਰਹੀ ਹੈ। ਤੇ ਉਹ ਸਾਡੀ ਕੌਲੀ ਲੱਗੀ ਹੋਈ ਹੈ ਨਾ। ਤੇ ਬਾਕੀ ਕਿਤਾਬ ਦਾ ਜਦੋਂ ਤੁਸੀਂ ਜ਼ਿਕਰ ਕਰਦੇ ਪਏ ਸੀ, ਉਹਦੇ ਵਿੱਚ ਇੱਕ ਚੈਪਟਰ ਮੈਂ ਵੀ ਲਿਖਿਆ ਹੋਇਆ ਤੇ ਉਹਦੇ ਵਿੱਚ ਉਹ ਚੈਪਟਰ ਮੈਂ ਕੋਸ਼ਿਸ਼ ਕੀਤਾ ਕਿ ਆਪਣੀ ਆਵਾਜ਼ ਦੇ ਵਿੱਚ ਰਿਕਾਰਡ ਕਰਕੇ ਜਿਸ ਲਹਿਜੇ ਨਾਲ ਮੈਂ ਉਹਨੂੰ ਲਿਖਿਆ ਸੀ ਤੇ ਮੈਂ ਉਸੇ ਲਹਿਜੇ ਨਾਲ ਸਾਰਿਆਂ ਦੇ ਨਾਲ ਸ਼ੇਅਰ ਕਰਾਂ। ਤੇ ਇੱਕ ਚੈਪਟਰ ਮੇਰੀ ਨੂਰ ਰਾਣੀ ਨੇ ਵੀ ਲਿਖਿਆ, ਕਿਉਂਕਿ ਉਦੋਂ ਮੇਰੇ ਛੋਟੇ ਬੇਟੇ ਅਮਨ ਦਾ ਵਿਆਹ ਹੋਇਆ ਸੀ ਤੇ ਉਹਦੀ ਵਹੁਟੀ ਜਦੋਂ ਆਈ ਸਾਡੀ ਨੂਰ ਰਾਣੀ, ਉਹ ਮਾਮਾ ਨੇ ਉਹਨੂੰ ਬਹੁਤ ਪਿਆਰ ਕੀਤਾ ਤੇ ਉਹਨੇ ਜੋ ਆਪਣੇ ਜਜ਼ਬਾਤ, ਉਹਦਾ ਦਿਲ ਕਰਦਾ ਸੀ ਕਿ ਮੈਂ ਵੀ ਕੁਝ ਲਿਖਾਂ ਕਿਉਂਕਿ ਨਾਨੀ ਨੇ ਮੈਨੂੰ ਬਹੁਤ ਪਿਆਰ ਕੀਤਾ। ਸੋ ਇੱਕ ਚੈਪਟਰ ਉਹਦਾ ਲਿਖਿਆ ਵੀ ਹੈਗਾ। ਪਰ ਹੁਣ ਲੱਗਦਾ ਹੈ ਕਿ ਸ਼ਾਇਦ ਇੱਕ ਕਿਤਾਬ ਵੀ ਕਾਫੀ ਨਹੀਂ ਹੈਗੀ ਨਾਨੀ ਮਾਂ ਦੇ ਨਾਲ ਯਾਦਾਂ ਨੂੰ ਸਮੇਟਣ ਵਾਸਤੇ। ਤੇ ਉਹਦੇ 'ਚ ਲਿਖਣ ਤੋਂ ਬਾਅਦ ਮੈਨੂੰ ਹਜ਼ਾਰਾਂ ਗੱਲਾਂ ਹੋਰ ਯਾਦ ਆ ਗਈਆਂ ਸਨ, ਬਟ ਹੁਣ ਕਿਤਾਬ ਕੰਪਾਈਲ ਹੋ ਚੁੱਕੀ ਸੀ। ਮੈਨੂੰ ਲੱਗਦਾ ਮੈਨੂੰ ਵੋਲੀਅਮ 2 ਵੀ ਬਣਾਉਣੀ ਪੈਣੀ ਹੈ। ਬਿਲਕੁਲ ਬਿਲਕੁਲ ਮੈਮ, ਬਿਲਕੁਲ। ਔਰ ਇਹਦਾ ਵੇਟ ਤੇ ਸਾਰਿਆਂ ਨੂੰ ਹੀ ਰਹੇਗਾ ਇਸ ਕਿਤਾਬ ਦਾ ਕਿ ਅਸੀਂ ਫਟਾਫਟ ਇਸ ਕਿਤਾਬ ਨੂੰ ਸੁਣੀਏ, ਇਸ ਕਿਤਾਬ ਨੂੰ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਲੈ ਕੇ ਆਈਏ। ਯਾਰ ਨਹੀਂ, ਟੇਬਲ ਬੁੱਕ ਬਣਾ ਕੇ ਆਪਣੇ ਕੋਲ ਰੱਖੋ, ਐਮਾਜ਼ੋਨ 'ਤੇ ਅਵੇਲੇਬਲ ਹੈਗੀ ਹੈ, ਤੁਸੀਂ ਲੈ ਵੀ ਸਕਦੇ ਹੋ, ਆਪਣੇ ਕੋਲ ਰੱਖੋ। ਯਾਦਾਂ ਨਹੀਂ, ਬਸ ਯਾਦਾਂ ਦੀ ਗੱਲ ਹੈ ਸਾਰੀ। ਜੀ ਬਿਲਕੁਲ, ਜਿੰਨੀਆਂ ਪੁਰਾਣੀਆਂ ਯਾਦਾਂ ਉਨੀਆਂ ਖੂਬਸੂਰਤ ਯਾਦਾਂ ਹੋ ਜਾਂਦੀਆਂ ਨੇ। ਸੋ ਮੈਮ, ਜਾਂਦੇ ਜਾਂਦੇ ਮੈਂ ਚਾਹਾਂਗੀ ਕਿ ਜ਼ਰੂਰ ਅਸੀਂ ਤੁਹਾਡੇ ਦੋਨਾਂ ਕੋਲੋਂ, ਕਿਉਂਕਿ ਮੈਂ ਇਹ ਪਹਿਲਾਂ ਵੀ ਕਹਿ ਚੁੱਕੀ ਹਾਂ ਕਿ ਜਦੋਂ ਡੋਲੀ ਮੈਮ, ਸੁਨੈਨੀ ਮੈਮ ਮੇਰੇ ਕੋਲ ਹੁੰਦੇ ਨੇ ਤਾਂ ਉਹ ਮੈਂ ਮੌਕਾ ਜਾਣ ਨਹੀਂ ਦਿੰਦੀ ਹਾਂ, ਅਤੇ ਇਹ ਮੌਕਾ ਮੈਂ ਚਾਹੁੰਦੀ ਹਾਂ ਕਿ ਸਾਡੇ ਜਿਹੜੇ ਦਰਸ਼ਕ ਨੇ ਉਹ ਵੀ ਨਾ ਜਾਣ ਦੇਣ। ਸੋ ਮੈਂ ਚਾਹੁੰਦੀ ਹਾਂ ਕਿ ਜਾਂਦੇ ਜਾਂਦੇ ਕੁਝ ਲਾਈਨਾਂ ਜ਼ਰੂਰ ਗੁਣਗੁਣਾਵਾਂਗੇ।
ਸੱਸੀ ਪੁੰਨੂ ਦੋ ਜਣੇ ਕੋਈ ਮੁਖ ਪਰ ਜ਼ਰਦ ਰੁਮਾਲ ਵੇ ਹਾਏ ਓਏ ਪੁੰਨੂ ਜ਼ਾਲਮਾ ਦਿਲਾਂ ਦਿਆ ਮਹਿਰਮਾ ਸੁੱਤੀ ਨੂੰ ਛੋੜ ਕੇ न ਜਾਣਾ ਓਏ ਅੜੀ ਵੇ ਅੜੀ ਨਾ ਕਰ ਬਹੁਤੀ ਤੂੰ ਅੜੀ ਲੱਗੀ ਸੌਣ ਦੀ ਚੜੀ ਦੁੱਧ ਪੀ ਲੈ ਬਾਲਮਾ ਵੇ ਮੈਂ ਕਦੋਂ ਦੀ ਖੜੀ ਦੁੱਧ ਪੀ ਲੈ ਬਾਲਮਾ ਹੋਏ ਸੰਦਲੀ ਦੁਪੱਟੇ ਉੱਤੇ ਲੱਗੀ ਇੱਕ ਨਾਰੀ ਵੇ ਉੱਠ ਮੇਰੇ ਮਾਇਆ ਉੱਠ ਹੀਰ ਤੇਥੋਂ ਵਾਰੀ ਵੇ ਸੰਦਲੀ ਦੁਪੱਟੇ ਉੱਤੇ ਲੱਗੀ ਇੱਕ ਨਾਰੀ ਵੇ ਉੱਠ ਮੇਰੇ ਮਾਇਆ ਉੱਠ ਹੀਰ ਤੇਥੋਂ ਵਾਰੀ ਵੇ ਉੱਠ ਸੋਹਣਿਆ ਸੁਣ ਰਾਂਝਿਆ ਹੀਰ ਤੇਥੋਂ ਵਾਰੀ ਵੇ ਅੜੀ ਨਾ ਕਰ ਬਹੁਤੀ ਤੂੰ ਅੜੀ ਲੱਗੀ ਸੌਣ ਦੀ ਚੜੀ ਦੁੱਧ ਪੀ ਲੈ ਬਾਲਮਾ ਵੇ ਮੈਂ ਕਦੋਂ ਦੀ ਖੜੀ ਦੁੱਧ ਪੀ ਲੈ ਬਾਲਮਾ ਹੋਏ क्या बात है, काश मेरे को भी ये आवाज़ ਹੁੰਦੀ मैं भी गाती मैम बहुत मतलब दिलों प्यार ਤੁਹਾਨੂੰ ਦੋਨਾਂ ਨੂੰ ਸੁਰਿੰਦਰ ਮੈਮ ਨੂੰ ਵੀ ਅਸੀਂ ਬਹੁਤ ਯਾਦ ਕਰਦੇ ਹਾਂ ਔਰ ਬਹੁਤ ਚੰਗਾ ਲੱਗਦਾ ਉਹਨਾਂ ਦੇ ਗਾਣਿਆਂ ਨੂੰ ਸੁਣ ਕੇ। ਸੋ ਇੱਕ ਜਾਂਦੇ ਜਾਂਦੇ ਮੈਂ ਚਾਹੁੰਦੀ ਹਾਂ ਕਿ ਛੋਟਾ ਜਿਹਾ ਅਸੀਂ ਕੇਕ ਜਿਹੜਾ ਹੈ ਉਹ ਕੇਕ ਕਟਿੰਗ ਸੈਰੇਮਨੀ ਜ਼ਰੂਰ ਸੈਲੀਬ੍ਰੇਟ ਕਰੀਏ। ਸੋ ਪਲੀਜ਼ ਕੇਕ